ਤੇ ਅਸੀਂ ਸਥਿਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੌਖੇ ਸ਼ਬਦਾਂ ਦੇ ਵਿੱਚ ਕਿ ਮੌਤ ਦਰ ਦਾ ਮਤਲਬ ਕੀ ਹੈ। ਯਾਨੀ ਜੇ 100 ਮਰੀਜ਼ ਇਸ ਸਮੇਂ ਪੰਜਾਬ 'ਚ ਨੇ ਤੇ ਮੌਤ ਦਰ ਦੇ ਹਿਸਾਬ ਦੇ ਨਾਲ 3 ਲੋਕਾਂ ਦੀ ਮੌਤ ਹੋ ਰਹੀ ਹੈ, ਕਰੀਬ 3 ਲੋਕਾਂ ਦੀ। ਔਰ ਇਹ ਮੌਤ ਫੀਸਦ ਬਹੁਤ ਜ਼ਿਆਦਾ ਹੈ ਕਿਉਂਕਿ ਦੇਸ਼ ਦੇ ਨਾਲ ਵੀ ਅਸੀਂ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਸੇ ਦੇ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਹੈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ ਕਰੋਨਾ ਨੂੰ ਲੈ ਕੇ, ਕਿਉਂਕਿ ਜੋ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਅਸੀਂ ਇਸ ਸ਼ਬਦ ਦੇ ਨਾਲ ਕਰੋਨਾ ਦੀ ਬਿਮਾਰੀ ਨਾਲ 6 ਮਹੀਨੇ ਹੋ ਗਏ 2-4 ਹੋ ਰਹੇ ਹਾਂ। ਇਸੇ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਕਿ ਪੰਜਾਬ 'ਚ ਮੌਤ ਦਰ ਵੱਧ ਹੋਣ ਦੇ ਪਿੱਛੇ ਸਿਹਤ ਸਹੂਲਤਾਂ ਵੀ ਜ਼ਿੰਮੇਵਾਰ ਨੇ। ਤੁਹਾਨੂੰ ਲੱਗਦਾ ਕਿ ਸਿਹਤ ਸਹੂਲਤਾਂ ਇੱਕ ਵੱਡੀ ਵਜ੍ਹਾ ਹੈ ਪੰਜਾਬ ਦੇ ਵਿੱਚ ਮੌਤ ਦਰ ਦੇਸ਼ 'ਚ ਸਭ ਤੋਂ ਜ਼ਿਆਦਾ ਹੈ ਉਸ ਦੇ ਪਿੱਛੇ? ਜੇਕਰ ਤੁਹਾਨੂੰ ਲੱਗਦਾ ਕਿ ਹਾਂ ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਸਿਹਤ ਸਹੂਲਤਾਂ ਇਸ ਦੇ ਲਈ ਜ਼ਿੰਮੇਵਾਰ ਨਹੀਂ ਨੇ ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N ਤੇ ਇਸ ਨੂੰ ਭੇਜਣਾ ਤੁਸੀਂ ਹਰ ਰੋਜ਼ ਦੀ ਤਰ੍ਹਾਂ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸਭ ਦੇ ਨਾਲ ਸਾਂਝੀ ਕਰਾਂਗੇ। ਬਹੁਤ ਸੰਜੀਦਾ ਮਸਲਾ ਬੇਸ਼ੱਕ ਕਰੋਨਾ ਨੂੰ ਲੈ ਕੇ ਜੋ ਮੈਂ ਸ਼ੁਰੂਆਤ ਤੋਂ ਕਹਿ ਰਿਹਾ ਕਿ ਡਰ ਸਾਡੇ ਅੰਦਰੋਂ ਘਟਿਆ ਹੋਵੇ। ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਲੋਕ ਹੁਣ ਕਰੋਨਾ ਨੂੰ ਲੈ ਰਹੇ ਨੇ, ਪਰ ਵਾਕਈ ਇਸ ਸਮੇਂ ਸਥਿਤੀ ਕਿਤੇ ਨਾ ਕਿਤੇ ਜ਼ਰੂਰ ਭਿਆਨਕ ਹੈ ਜਿਸ ਤਰੀਕੇ ਨਾਲ ਮੌਤਾਂ ਦੇ ਅੰਕੜੇ ਲਗਾਤਾਰ ਵੱਧ ਰਹੇ ਨੇ। ਤੇ ਅਸੀਂ ਅੱਜ ਦੀ ਚਰਚਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਦੀ ਵਜ੍ਹਾ ਕੀ ਹੈ ਤੇ ਡੈਥ ਰੇਟ ਘਟੇਗਾ ਕਿਵੇਂ, ਕਿਉਂਕਿ ਸਰਕਾਰ ਦਾਅਵਾ ਕਰ ਰਹੀ ਹੈ, ਕੇਂਦਰ ਦੀ ਸਰਕਾਰ, ਕਿ 2 ਤੋਂ ਥੱਲੇ ਹੈ ਇਸ ਸਮੇਂ 2% ਤੋਂ ਘੱਟ ਇਸ ਸਮੇਂ ਦੇਸ਼ ਦੇ ਵਿੱਚ ਡੈਥ ਰੇਟ ਹੈ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਦੇਸ਼ ਦੇ ਵਿੱਚ 1% ਤੋਂ ਘੱਟ ਲੈ ਆਵਾਂਗੇ। ਪਰ ਪੰਜਾਬ ਦੇ ਵਿੱਚ ਕਿਉਂ ਵੱਧਦਾ ਹੈ, ਕਿਉਂ ਵੱਧ ਰਹੀ ਹੈ, ਇਸ ਦੇ ਉੱਤੇ ਚਰਚਾ ਕਰਾਂਗੇ। ਅਸੀਂ ਮਹਿਮਾਨਾਂ ਦਾ ਤਾਰੁਫ ਕਰਵਾਉਣਾ ਹੈ। ਇਸ ਸਮੇਂ ਸਾਡੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜੁੜ ਰਹੇ ਨੇ, ਕਾਂਗਰਸ ਦੇ ਵਿਧਾਇਕ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਰਕਾਰ ਹੈ ਕਾਂਗਰਸ ਦੀ ਇਸ ਸਮੇਂ ਪੰਜਾਬ ਦੇ ਵਿੱਚ। ਚੱਬੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਇਸ ਦੇ ਨਾਲ ਹੀ ਸਾਡੇ ਨਾਲ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਜੀ ਜੁੜ ਰਹੇ ਨੇ। ਕਾਲੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਇਸ ਚਰਚਾ ਦੇ ਵਿੱਚ। ਥੋੜੀ ਦੇਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਨਾਲ ਹੋਣਗੇ ਤੇ ਨਾਲ ਹੀ ਸਾਡੇ ਨਾਲ ਸੀਨੀਅਰ ਡਾਕਟਰ ਵੀ ਜੁੜਨਗੇ ਤਾਂ ਕਿ ਲੋਕ ਵੀ ਸਮਝ ਸਕਣ ਕਿ ਆਖਿਰ ਇਸ ਸਮੇਂ ਸਥਿਤੀ ਕੀ ਹੈ ਤੇ ਕਿਉਂ ਵਿਗੜ ਰਹੀ ਹੈ। ਸ਼ੁਰੂਆਤ ਚੱਬੇਵਾਲ ਸਾਹਿਬ ਤੁਹਾਡੇ ਤੋਂ, ਤੁਹਾਡੀ ਸਰਕਾਰ ਇਸ ਸਮੇਂ ਪੰਜਾਬ ਦੇ ਵਿੱਚ। ਮੇਰਾ ਸਿੱਧਾ ਜਿਹਾ ਸਵਾਲ ਹੈ ਕਿ ਡੈਥ ਰੇਟ ਪੰਜਾਬ 'ਚ ਵੱਧ ਕਿਉਂ ਰਹੀ ਹੈ, ਕਿਉਂ ਵੱਧ ਹੈ? ਪੰਜਾਬੀ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ, ਪੰਜਾਬੀ ਤਾਂ ਬਹੁਤ ਹੌਸਲੇ ਵਾਲੇ ਹੁੰਦੇ ਨੇ, ਜਜ਼ਬੇ ਵਾਲੇ ਹੁੰਦੇ ਨੇ, ਹਰ ਇੱਕ ਚੀਜ਼ ਨੂੰ ਹਰਾਉਣ ਦਾ ਦਮ ਰੱਖਦੇ ਨੇ, ਸਿਹਤ ਪੱਖੋਂ ਵੀ ਬਹੁਤ ਮਜ਼ਬੂਤ ਗਿਣੇ ਜਾਂਦੇ ਨੇ। ਪਰ ਸਾਡੀ ਇਮਿਊਨਿਟੀ ਇੰਨੀ ਕਮਜ਼ੋਰ ਕਿਉਂ ਹੋ ਗਈ ਕਿ ਆਖਿਰ ਡੈਥ ਰੇਟ ਇੰਨਾ ਜ਼ਿਆਦਾ ਦੇਸ਼ ਦੇ ਵਿੱਚ ਸਭ ਤੋਂ ਵੱਧ ਪੰਜਾਬ ਦਾ ਕਿਉਂ ਹੋ ਗਿਆ? ਚੱਬੇਵਾਲ ਸਾਹਿਬ। ਜੀ ਥੈਂਕ ਯੂ ਵੈਰੀ ਮਚ। ਤੁਸੀਂ ਇਸ ਬਹੁਤ ਹੀ ਸੀਰੀਅਸ ਟੌਪਿਕ ਤੇ ਕੋਵਿਡ ਤੇ ਅੱਜ ਮੈਨੂੰ ਇਸ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਹੈ। ਬੜਾ ਅਨਫੋਰਚੂਨੇਟ ਹੈ ਕਿ ਦੁਨੀਆ ਬਹੁਤ ਹੀ ਭਿਆਨਕ ਮਹਾਮਾਰੀ ਦੇ ਵਿੱਚੋਂ ਲੰਘ ਰਹੀ ਹੈ ਔਰ ਜੇਕਰ ਵਰਲਡ ਦੀ ਗੱਲ ਕਰੀਏ ਤੇ ਗੌਰਵ ਜੀ ਲਗਭਗ 2 ਕਰੋੜ 90 ਲੱਖ ਕੇਸਿਸ ਜਿਹੜੇ ਰਿਪੋਰਟ ਹੋ ਚੁੱਕੇ ਨੇ ਔਰ 10 ਲੱਖ ਦੇ ਕਰੀਬ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ, ਜਿਹੜੀ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜੇਕਰ ਹਿੰਦੁਸਤਾਨ ਤੇ ਆਈਏ ਤੇ ਅੱਜ ਜਿਹੜਾ ਇੰਡੀਆ ਹੈ, ਅੱਜ ਇੰਡੀਆ ਦੂਸਰੇ ਨੰਬਰ ਤੇ ਪਹੁੰਚ ਚੁੱਕਾ ਹੈ। 36 ਲੱਖ ਦੇ ਕਰੀਬ 46 ਲੱਖ ਦੇ ਕਰੀਬ ਜਿਹੜੇ ਕੇਸਿਸ ਹੋ ਗਏ ਨੇ ਤੇ 77,000 ਦੇ ਕਰੀਬ ਜਿਹੜੀਆਂ ਡੈਥਸ ਹੋ ਗਈਆਂ ਨੇ। ਔਰ ਜੇਕਰ ਹੁਣ ਅਸੀਂ ਆਪਣੇ ਪੰਜਾਬ ਤੇ ਆਈਏ ਤੇ ਪੰਜਾਬ ਦੇ ਵਿੱਚ ਵਾਕਈ ਦਿਸ ਇਜ਼ ਰੀਅਲੀ ਵਰੀਸਮ, ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੋਰਟੈਲਿਟੀ ਰੇਟ ਹੈ ਉਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ। ਇਸ ਦੇ ਮੈਂ 2-3 ਕਾਰਨ ਜ਼ਰੂਰ ਦੱਸਣੇ ਚਾਹਾਂਗਾ ਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਜਿਹੜਾ ਹੈ ਡਾਇਬਟੀਜ਼, ਬਲੱਡ ਪ੍ਰੈਸ਼ਰ, ਜਿੰਨੀਆਂ ਵੀ ਕੋਮੋਰਬਿਡ ਕੰਡੀਸ਼ਨਸ ਨੇ, ਕਿਡਨੀ ਫੇਲਰ, ਹਾਈਪਰਟੈਂਸ਼ਨ, ਇਹ ਸਾਰਿਆਂ ਦੀ ਪੰਜਾਬ ਮੰਡੀ ਹੈ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜਿੱਥੇ ਕੋਵਿਡ ਪੈਂਡੈਮਿਕ ਹੈ ਉਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ, ਡਾਇਬਟੀਜ਼ ਪੈਂਡੈਮਿਕ ਆਲਰੇਡੀ ਪੰਜਾਬ ਦੇ ਵਿੱਚ ਚੱਲ ਰਹੀ ਹੈ। ਸੋ ਕੋਮੋਰਬਿਡ ਕੰਡੀਸ਼ਨ ਜਿਹੜੀ 1 ਨੰਬਰ ਕਾਰਨ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ। ਔਰ ਦੂਸਰਾ, ਜਦੋਂ ਸੀਰੋ ਸਰਵੇਲੈਂਸ ਹੋਇਆ, ਤੁਸੀਂ ਕੰਟੇਨਡ ਜ਼ੋਨਸ ਦੇ ਵਿੱਚ ਐਂਟੀਬਾਡੀਜ਼ ਟੈਸਟ ਜਦੋਂ ਹੋਏ ਤੇ ਉਸ ਦੇ ਵਿੱਚ ਅਸੀਂ ਇਹ ਫਾਈਂਡ ਆਊਟ ਕੀਤਾ ਕਿ ਕਈ ਸ਼ਹਿਰਾਂ ਦੇ ਵਿੱਚ 25% ਔਰ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ 40% ਲੋਕ ਜਿਹੜੇ ਆਲਰੇਡੀ ਇਨਫੈਕਟ ਹੋ ਕੇ ਜਿਹੜੇ ਰਿਕਵਰ ਹੋ ਚੁੱਕੇ ਸੀ, ਠੀਕ ਹੋ ਚੁੱਕੇ ਸੀ, ਜਿਹੜਾ ਕਿ ਬਹੁਤ ਹੀ ਅਲਾਰਮਿੰਗ ਹੈ। ਜੇਕਰ 25-40% ਦੀ ਗੱਲ ਕਰੀਏ ਅਸੀਂ, ਜੇਕਰ ਸਾਡੇ ਕੇਸ ਅੱਜ 77,000 ਨੇ, ਜੇਕਰ ਅਸੀਂ 4 ਗੁਣਾ ਦੀ ਵੀ ਗੱਲ ਕਰੀਏ ਕਿ ਸਾਡੇ ਜਿਹੜੇ ਕੇਸ ਹੈ ਜਿੰਨੇ ਅਸੀਂ ਟੈਸਟ ਕੀਤੇ ਆ ਉਹਦੇ ਨਾਲੋਂ 4 ਗੁਣਾ ਜ਼ਿਆਦਾ ਕੇਸਿਸ ਨੇ। ਔਰ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਟੈਸਟਿੰਗ ਸਾਡੀ ਹੈ
ਉਸ ਨੂੰ ਹੋਰ ਰੈਂਪ ਅਪ ਕਰਨ ਦੀ ਜ਼ਰੂਰਤ ਹੈ। ਅੱਜ 24-25 ਹਜ਼ਾਰ ਟੈਸਟ ਹੋ ਰਹੇ ਆ ਤੇ ਸਾਨੂੰ ਇਹ ਜਿਹੜੇ ਟੈਸਟ ਹੈ 50,000 ਤੱਕ ਲੈ ਕੇ ਜਾਣ ਦੀ ਜ਼ਰੂਰਤ ਹੈ। ਜੇਕਰ ਅਸੀਂ 4 ਟਾਈਮਸ ਦੀ ਗੱਲ ਕਰੀਏ, ਜੇਕਰ ਅਸੀਂ ਐਕਚੁਅਲ ਡੈਥ ਰੇਟ ਦੀ ਗੱਲ ਕਰੀਏ ਤੇ ਦਿਸ ਵਿਲ ਬੀ ਲੈਸ ਦੈਨ 1, ਅਰਾਊਂਡ 0.7 ਹੋਏਗਾ, ਕਿਉਂਕਿ ਨੰਬਰ ਆਫ ਕੇਸਿਸ ਜਿਹੜੇ ਕੁਝ ਲੋਕ ਪੰਜਾਬ ਦੇ ਵਿੱਚ ਅਫਵਾਹਾਂ ਵੀ ਫੈਲ ਰਹੀਆਂ ਨੇ। ਰੀਸੈਂਟਲੀ ਤੁਸੀਂ ਦੇਖਿਆ ਕਿ ਬਹੁਤੇ ਲੋਕ, ਬਹੁਤੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਵੱਲੋਂ ਵੀ ਇਹ ਰਿਊਮਰਸ ਫਲਾਏ ਗਏ ਕਿ ਜੀ ਨਹੀਂ, ਕਰੋਨਾ ਦੇ ਵਿੱਚ ਜੇ ਹਸਪੀਟਲ ਜਾਵਾਂਗੇ ਤੇ ਦੈਟ ਇਜ਼ ਗੋਇੰਗ ਟੂ ਬੀ ਸੁਸਾਈਡਲ, ਫੇਟਲ। ਸੋ ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜੇ ਫਰਟੈਲਿਟੀ ਰੇਟ ਜ਼ਿਆਦਾ। ਔਰ ਚੌਥਾ ਜਿਹੜਾ ਵੱਡਾ ਕਾਰਨ ਮੈਂ ਸਮਝਦਾ ਕਿ ਜਿਹੜੀ ਰਿਪੋਰਟਿੰਗ ਆਫ ਡੈਥਸ ਹੈ ਉਹ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਅੱਛੀ ਹੈ। ਔਰ ਜਿੰਨੀਆਂ ਵੀ ਡੈਥਸ ਨੇ ਪੰਜਾਬ ਸਰਕਾਰ ਜਾਗਰੂਕ ਹੈ, ਉਹ ਹਰ ਡੈਥ ਦਾ ਜਿਹੜਾ ਟੈਸਟ ਹੁੰਦਾ ਹੈ। ਔਰ ਜੇਕਰ ਇੰਡੀਆ ਦੇ ਲੈਵਲ ਤੇ ਵੀ ਗੱਲ ਕੀਤੀ ਜਾਵੇ ਤੇ ਬਹੁਤੀ ਜਗ੍ਹਾ ਤੋਂ ਜਿਹੜੀ ਡੈਥ ਦੀ ਰਿਪੋਰਟਿੰਗ ਹੈ ਉਹ ਵੀ ਅਪਰੋਪਰੀਏਟ ਨਹੀਂ ਹੈ। ਸੋ ਇਹ ਬਹੁਤ ਸਾਰੇ ਕਾਰਨ ਨੇ ਜੀ। ਥੈਂਕ ਯੂ। ਠੀਕ ਹੈ, ਤੁਸੀਂ 3-4 ਪੁਆਇੰਟ ਬਹੁਤ ਤਫਸੀਲ ਦੇ ਨਾਲ ਦੱਸੇ ਨੇ। ਮੈਂ ਇੱਕ ਇੱਕ ਕਰਕੇ ਸਭ ਦੇ ਉੱਤੇ ਸਭ ਦਾ ਰਿਐਕਸ਼ਨ ਲਵਾਂਗਾ, ਸਮਝਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਕਈ ਇਹੋ ਇੱਕ ਦਿੱਕਤ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ। ਸਾਡੇ ਨਾਲ ਕਾਲੀਆ ਸਾਹਿਬ ਜੁੜੇ ਹੋਏ ਨੇ। ਕਾਲੀਆ ਸਾਹਿਬ, ਸਰਕਾਰ ਦੇ ਤਰਕ ਦੇ ਵਿੱਚ ਤੁਹਾਨੂੰ ਦਮ ਨਜ਼ਰ ਆ ਰਿਹਾ ਹੈ ਇਸ ਸਮੇਂ? ਕਿਉਂਕਿ ਜੋ ਜ਼ਿਕਰ, ਕਿਉਂਕਿ ਮੈਂ ਬਹੁਤ ਸਾਰੀਆਂ ਰਿਪੋਰਟਸ ਵੀ ਇਸ ਪੂਰੀ ਚਰਚਾ ਤੋਂ ਪਹਿਲਾਂ ਪੜ੍ਹ ਰਿਹਾ ਸੀ, ਉਸ ਦੇ ਵਿੱਚ ਜ਼ਿਕਰ ਸੀ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਹਸਪਤਾਲ ਨੇ ਜਿਹੜੇ MCCD ਦੇ ਨਾਲ ਟਾਈ ਅਪ ਜਿਹਨੇ ਨਹੀਂ ਹੈਗੇ, ਤਾਂ ਉਸ ਦੀ ਵੀ ਇੱਕ ਦਿੱਕਤ ਹੈਗੀ ਹੈ ਕਿ ਮੌਤਾਂ ਰਿਪੋਰਟ ਨਹੀਂ ਹੁੰਦੀਆਂ ਤਾਂ ਅੰਕੜਾ ਇੱਕ ਵੱਖਰੇ ਤੌਰ ਤੇ ਵੱਖਰਾ ਹੋ ਸਕਦਾ ਹੈ। ਤੁਹਾਨੂੰ ਸਰਕਾਰ ਦੇ, ਪੰਜਾਬ ਸਰਕਾਰ ਦੇ ਤਰਕ ਦਮਦਾਰ ਲੱਗ ਰਹੇ ਨੇ ਕਾਲੀਆ ਸਾਹਿਬ? ਬਿਲਕੁਲ ਨਹੀਂ ਜੀ, ਪੰਜਾਬ ਸਰਕਾਰ ਜਿਹੜੀ ਹੈ ਆਪਣੀ ਰਿਸਪੌਂਸਿਬਿਲਟੀ ਜਿਸ ਤਰਕਾਂ ਨਾਲ ਗੱਲ ਕਰਦੇ ਆ ਉਹ ਸਾਰੀਆਂ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਰ ਮੁੜ ਕੇ ਜਿਹੜਾ ਹੈਗਾ ਜਨਤਾ ਦੇ ਉੱਤੇ ਪਾਇਆ ਜਾਵੇ। ਕਿਉਂਕਿ ਜਦ ਤੱਕ ਸਵਾਲ ਕੋਵਿਡ ਦਾ ਹੈਗਾ, ਜਦ ਤੱਕ ਵੈਕਸੀਨ ਨਹੀਂ ਆਉਂਦੀ, ਸਾਨੂੰ ਇਹਦੇ ਨਾਲ ਜੀਣਾ ਵੀ ਪਏਗਾ, ਇਹਦੇ ਨਾਲ ਲੜਨਾ ਵੀ ਪਏਗਾ। ਸੋ ਉਸ ਨਾਤੇ ਇਸ ਦਾ ਜਦ ਤੱਕ ਗਰੋਥ ਹੈਗੀ ਹੈ ਕੋਵਿਡ ਦੀ, ਕਿ ਵੀ ਕਿੰਨੇ ਮਰੀਜ਼ ਜਿਹੜੇ ਹੈਗੇ ਆਉਂਦੇ ਆ, ਉਹ ਸਾਡੇ ਵੱਸ 'ਚ ਨਹੀਂ ਹੈ। ਲੇਕਿਨ ਜਦ ਤੱਕ ਸਵਾਲ ਇਹ ਹੈਗਾ ਕਿ ਅਸੀਂ ਰਿਕਵਰੀ ਰੇਟ, ਹੁਣ ਜਦ ਤੱਕ ਹੈਗਾ ਕਿ ਵੀ ਅਸੀਂ ਇਸ ਗੱਲ ਦਾ ਕਿ ਅਸੀਂ ਟੈਸਟ ਜ਼ਿਆਦਾ ਕੀਤੇ ਜਾਣ, 25,000 ਤੋਂ ਜੇ ਜ਼ਿਆਦਾ ਕੀਤੇ ਜਾਂਦੇ ਤਾਂ ਫਿਰ ਅਸੀਂ ਜਿਹੜਾ ਹੈਗਾ ਡੈਥ ਰੇਟ ਤੇ ਵੀ ਕਾਬੂ ਪਾ ਸਕਦੇ ਹਾਂ। ਬਿਲਕੁਲ ਚੱਬੇਵਾਲ ਜੀ ਜਿਸ ਤਰ੍ਹਾਂ ਕਿਹਾ ਕਿ ਵੀ ਆਪਣਾ ਕਿ ਵੀ ਅਸੀਂ ਜਿਹੜਾ ਹੈਗਾ ਕਿ ਜਿਹੜਾ ਹੈਗਾ ਕਿ 25,000 ਸਾਰੇ ਘੱਟ ਹੋ ਰਿਹਾ। ਜੇ ਹੁਣ ਘੱਟ ਹੋ ਰਹੇ ਆ ਤੇ ਉਹਦੇ 'ਚ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ ਹੈ। ਜੇ ਅਸੀਂ ਜ਼ਿਆਦਾ ਟੈਸਟ ਕਰਾਂਗੇ ਤੇ ਸਾਨੂੰ ਲੋਕਾਂ ਨੂੰ ਪਤਾ ਲੱਗੇਗਾ ਕਿ ਭਾਈ ਆਹ ਬੰਦਾ ਜਿਹੜਾ ਕਰੋਨਾ ਪੋਜ਼ਿਟਿਵ ਹੈਗਾ ਤਾਂ ਉਹਦਾ ਅਸੀਂ ਬਚਾਓ ਕੀਤਾ ਜਾ ਸਕਦਾ। ਜਦੋਂ ਅਸੀਂ ਲਾਸਟ ਮੂਮੈਂਟ ਤੇ ਜਦੋਂ ਉਹਦੇ ਲੰਗਸ ਅਫੈਕਟਡ ਹੋ ਜਾਂਦੇ ਆ ਫਿਰ ਲਾਈਕਲੀ ਹੈ। ਹੁਣ ਜੇ ਡੈਥ ਰੇਟ ਸਭ ਤੋਂ ਵੱਧ ਵਧਿਆ, ਇਹਦਾ ਮਤਲਬ ਇਹ ਹੈਗਾ ਕਿ ਇੱਥੇ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਹੈਗੀਆਂ ਉਹ ਪ੍ਰੋਪਰ ਨਹੀਂ ਆ। ਹੁਣ ਤੁਸੀਂ ਦੇਖੋ ਕਿ ਇੱਥੇ PP ਕਿਟ ਸਕੈਮ ਹੋਇਆ। ਹੁਣ ਜਿਹੜਾ ਹੈਗਾ, ਹੁਣ ਜਿਹੜੇ ਕਿਟਸ ਦੇ ਰਹੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਮੁਨਾਫਾਖੋਰੀ ਕਰਦੇ ਪਏ ਆ ਤੇ ਅਸੀਂ ਜਿਹੜਾ ਹੈਗਾ ਸੈਲਰੀਜ਼ ਤੱਕ ਜਿਹੜੇ ਹੈਗਾ ਪੈਰਾਮੈਡੀਕਲ ਸਟਾਫ ਨੂੰ ਜਿਹੜਾ ਹੈਗਾ ਉਹ ਪ੍ਰੋਪਰ ਨਹੀਂ ਦਿੱਤਾ ਜਾਂਦਾ ਤੇ ਜਿਹਨੂੰ ਸੈਲਰੀ ਨਹੀਂ ਮਿਲੇਗੀ ਉਹ ਜਿਹੜਾ ਮੌਤ ਨਾਲ ਵੀ ਲੜਾਈ ਲੜਨਾ, ਉਹਨੇ ਆਪਣੇ ਆਪ ਨੂੰ ਖਤਰੇ 'ਚ ਪਾਣਾ ਤੇ ਉਹ ਮਨ ਨਾਲ ਕਿਉਂ ਲੜੇ ਕਰੇਗਾ ਜਿਹੜਾ ਹੈਗਾ ਕੰਮ ਹੈਗਾ। ਤਾਂ ਉਸ ਲਈ ਜਿਹੜਾ ਹੈਗਾ ਇਸ ਜਿਸ ਕਾਲੀਆ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀਆਂ ਸਿਹਤ ਸਹੂਲਤਾਂ ਉਹ ਨਹੀਂ ਹੈਗੀਆਂ ਤੇ ਇਹੀ ਇੱਕ ਜ਼ਿੰਮੇਵਾਰ ਹੈਗੀ ਹੈ ਡੈਥ ਰੇਟ ਦੇ ਲਈ ਪੰਜਾਬ 'ਚ? ਗੱਲ ਹੋਰ ਹੈ, ਜਿਹੜੀ ਗੱਲ ਇਹ ਕਹਿੰਦੇ ਆ ਕਿ ਵੀ ਓਬੈਸਿਟੀ ਹੈ, ਬਲੱਡ ਪ੍ਰੈਸ਼ਰ ਹੈ, ਇਹ ਸਾਰੀਆਂ ਗੱਲਾਂ ਆਪਣੀਆਂ ਸ਼ਿਫਟ ਕਰਨ ਦੀ ਗੱਲ ਹੈ। ਹੁਣ ਜਦ ਤੱਕ ਸਵਾਲ ਇਹ ਹੈਗਾ ਇਹ ਸਾਰੀ ਜਗ੍ਹਾ ਪ੍ਰੈਵਲੈਂਟ ਹੈ। ਜੇ ਅਸੀਂ ਕਹੀਏ ਕਿ ਵੀ ਮੋਟਾਪੇ ਦੇ ਕਾਰਨ ਜਾਂ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਹੈਗਾ, ਇਹ ਸਾਰੀ ਜਗ੍ਹਾ ਜਿਹਦਾ ਇਮਿਊਨ ਸਿਸਟਮ ਸਟਰੋਂਗ ਹੈਗਾ ਉਹ ਜਿਹੜਾ ਹੈਗਾ ਇਸ ਤੋਂ ਜਿਹੜਾ ਹੈਗਾ ਲੜਾਈ ਲੜ ਸਕਦਾ ਕੋਵਿਡ ਨਾਲ। ਤੇ ਅਸੀਂ ਜਿਹੜਾ ਹੈਗਾ ਜੇ ਇਮਿਊਨ ਸਿਸਟਮ ਵੀਕ ਹੈ ਤੇ ਉਹਦੇ 'ਚ ਸਰਕਾਰ ਦਾ ਜਿਹੜਾ ਯੋਗਦਾਨ ਹੈ ਜਿਸ ਢੰਗ ਨਾਲ ਹੋਣਾ ਚਾਹੀਦਾ, ਅਸੀਂ ਆਪਣੀ ਜ਼ਿੰਮੇਵਾਰੀ ਸ਼ਿਫਟ ਕੀਤੀ ਜਾ ਰਹੀ ਹੈ, ਨਾ ਕਿ ਅਸੀਂ ਕਿ ਪ੍ਰੋਪਰ ਕੋਰੋਨਾ ਵਾਇਰਸ ਨਾਲ ਲੜਿਆ ਜਾਵੇ। ਸੋ ਇਸ ਲਈ ਡੈਥ ਰੇਟ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਸਟੇਟਾਂ ਤੋਂ ਜ਼ਿਆਦਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਜ਼ਿੰਮੇਵਾਰੀ ਸ਼ਿਫਟ ਕੀਤੀ ਜਾ ਰਹੀ ਹੈ। ਇਸ ਵਿਚਾਲੇ ਸਾਡੇ ਨਾਲ ਡਾਕਟਰ ਅਰੁਣ ਬੰਸਲ ਜੀ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡੇ ਕੋਲ ਆਉਂਗਾ, ਪਰ ਮੈਂ ਇੱਕ ਰਿਐਕਸ਼ਨ ਚੱਬੇਵਾਲ ਸਾਹਿਬ ਦਾ ਲੈਣਾ। ਚੱਬੇਵਾਲ ਸਾਹਿਬ, ਵਿਰੋਧੀਆਂ ਨੂੰ ਇਹ ਜਿਹੜੇ ਤੁਹਾਡੇ ਤਰਕ ਨੇ ਉਹ ਜ਼ਿਆਦਾ ਦਮਦਾਰ ਨਜ਼ਰ ਨਹੀਂ ਆ ਰਹੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਤੁਸੀਂ ਤਰਕ ਦੇ ਦਿੱਤੇ, ਚਾਹੇ ਉਹ ਡਾਇਬੀਟਿਕ ਲੋਕਾਂ ਦਾ ਹੋਵੇ ਕਿ ਪੰਜਾਬ 'ਚ ਉਹਨਾਂ ਦਾ ਰੇਸ਼ੋ ਬਹੁਤ ਹੈ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਵੇ, ਮੈਂ ਡਾਕਟਰ ਸਾਹਿਬ ਤੋਂ ਵੀ ਉਸ ਦੇ ਉੱਤੇ ਰਿਐਕਸ਼ਨ ਲਵਾਂਗਾ, ਪਰ ਮੈਂ ਸਮਝਣਾ ਚਾਹੁੰਦਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਰਹੀ। ਜੋ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਇਸ ਸਮੇਂ ਲੋਕਾਂ ਦੇ ਵਿੱਚ, ਹਸਪਤਾਲਾਂ ਨੂੰ ਲੈ ਕੇ ਖਾਸ ਤੌਰ ਤੇ ਇੱਕ ਖੌਫ ਵਾਲੀ ਸਥਿਤੀ ਤਾਂ ਬਣੀ ਹੋਈ ਹੈ। ਇਹ ਕਿਉਂ ਬਣੀ ਹੈ? ਇਸ ਦੀ ਕੋਈ ਵੀ ਵਜ੍ਹਾ ਹੋ ਸਕਦੀ ਹੈ, ਪਰ ਜਿਹੜੀ ਉਹ ਖੌਫ ਵਾਲੀ ਸਥਿਤੀ ਜਾਂ ਲੋਕਾਂ ਦੇ ਦਿਮਾਗ ਦੇ ਵਿੱਚ ਜੋ ਉਹ ਕੱਢਣ ਦੀ ਜ਼ਿੰਮੇਵਾਰੀ ਤਾਂ ਤੁਹਾਡੀ ਹੈ। ਤੁਸੀਂ ਕਹਿ ਰਹੇ ਹੋ ਕਿ ਲੋਕ ਨਹੀਂ ਪਹੁੰਚਦੇ ਹਸਪਤਾਲਾਂ ਦੇ ਵਿੱਚ, ਸਰ ਉਹਨਾਂ ਦਾ ਡਰ ਤਾਂ ਤੁਸੀਂ ਕੱਢਣਾ ਨਾ ਕਿ ਹਸਪਤਾਲਾਂ 'ਚ ਹਾਲ ਕੀ ਹੈ। ਇੱਕ ਪੇਸ਼ੈਂਟ ਉੱਥੇ ਜਾ ਕੇ ਆਂਦਾ ਹੈ ਜੋ ਆ ਕੇ ਬਿਆਨ ਕਰਦਾ ਹੋਏਗਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਮਹੱਲੇ 'ਚ, ਆਪਣੇ ਸ਼ਹਿਰ ਦੇ ਵਿੱਚ, ਤਾਂ ਇੱਕ ਇੰਪੈਕਟ ਤਾਂ ਜਾਂਦਾ ਹੋਏਗਾ। ਉਹ ਜ਼ਿੰਮੇਵਾਰੀ ਤਾਂ ਤੁਹਾਡੀ ਹੈ। ਚੱਬੇਵਾਲ ਸਾਹਿਬ। ਗੌਰਵ ਜੀ,
ਹੈ ਸਾਡੇ ਪੰਜਾਬ ਦੀਆਂ ਚੱਬੇਵਾਲ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਬਹੁਤ ਸਾਰੀਆਂ ਸਟੇਟਸ ਦੇ ਨਾਲੋਂ ਮਚ ਬੈਟਰ ਨੇ ਔਰ ਜੀ ਔਰ ਸਾਡੇ ਜਿੰਨੇ ਵੀ ਸਾਡੇ ਹੈਲਥ ਅਫੀਸ਼ੀਅਲਸ ਨੇ, ਪੈਰਾਮੈਡੀਕਲ ਸਟਾਫ ਨੇ, ਡਾਕਟਰਸ ਨੇ, ਉਹ ਦਿਨ ਰਾਤ ਇੱਕ ਕਰ ਰਹੇ ਆ, ਚਾਹੇ ਉਹ ਗਵਰਨਮੈਂਟ ਸੈਟਅਪ ਚ ਹੈ, ਚਾਹੇ ਪ੍ਰਾਈਵੇਟ ਸੈਟਅਪ ਚ ਹੈ। ਔਰ ਮੈਂ ਮਨੋਰੰਜਨ ਕਾਲੀਆ ਜੀ ਬਹੁਤ ਸਤਿਕਾਰਯੋਗ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਵੇਲੇ ਸਾਨੂੰ ਕੋਈ ਪੋਲਿਟਿਕਸ ਕਰਨ ਦਾ ਇਹ ਜਿਹੜਾ ਮੌਕਾ ਨਹੀਂ ਹੈ, ਸਮਾਂ ਨਹੀਂ ਹੈ। ਬੇਸਿਕਲੀ ਇਹ ਸੈਂਟਰ ਸਟੇਟ ਸਾਰਿਆਂ ਦੀ ਜਿਹੜੀ ਦੋਨਾਂ ਦੀ ਜੁਆਇੰਟ ਰਿਸਪੌਂਸਿਬਿਲਟੀ ਹੈ। ਨਾ ਅਸੀਂ ਰਿਸਪੌਂਸਿਬਿਲਟੀ ਤੋਂ ਭੱਜ ਰਹੇ ਹਾਂ, ਨਾ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਜੇਕਰ ਪੰਜਾਬ ਦੇ ਵਿੱਚ ਫਰਟੀਲਿਟੀ ਰੇਟ ਜ਼ਿਆਦਾ ਹੈ ਤੇ ਮੈਂ ਇਹ ਵੀ ਕਾਲੀਆ ਸਾਹਿਬ ਨੂੰ ਕਹਿ ਦੇਣਾ ਚਾਹੁੰਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਸਰਕਾਰ ਦੀ ਰਹਿਨਮਾਈ ਦੇ ਵਿੱਚ ਜਿਹੜਾ ਹਿੰਦੁਸਤਾਨ ਹੈ ਦੁਨੀਆ ਦਾ 1 ਨੰਬਰ ਦਾ ਜਿਹੜਾ ਕੰਟਰੀ ਹੋਏਗਾ ਜਿੱਥੇ ਕੋਵਿਡ ਦੇ ਕੇਸਿਸ ਸਭ ਤੋਂ ਜ਼ਿਆਦਾ ਹੋਣਗੇ, ਜਿੱਥੇ ਦੇਸ਼ ਦੇ ਲਈ ਵੀ ਸ਼ਰਮਿੰਦਗੀ ਹੋਏਗੀ। ਸੋ ਇਹ ਜ਼ਿੰਮੇਵਾਰੀ ਸਾਰਿਆਂ ਦੀ ਹੈ। ਅਸੀਂ ਜ਼ਿੰਮੇਵਾਰੀ ਜਿਹੜੀ ਬੜੀ ਬਾਖੂਬੀ ਆਪਣੀ ਨਿਭਾ ਰਹੇ ਹਾਂ ਔਰ ਸਾਡੀ ਜ਼ਿੰਮੇਵਾਰੀ ਦੇ ਵਿੱਚ ਕੋਈ ਬਹਾਨੇਬਾਜ਼ੀ ਨਹੀਂ ਹੈ। ਔਰ ਜਿੱਥੇ ਤੱਕ ਲੋਕਾਂ ਦੇ ਜਿੱਥੇ ਤੱਕ ਰਿਊਮਰਸ ਦੀ ਸਵਾਲ ਹੈ, ਉਹਨਾਂ ਰਿਊਮਰਸ ਨੂੰ ਐਂਟੀ ਰਿਊਮਰ ਸਕੁਐਡ ਵੀ ਬਣਾਏ ਜਾ ਰਹੇ ਆ, ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਮੈਡੀਕਲ ਫੈਸਿਲਿਟੀ ਕੋਈ ਲੈਸ ਨਹੀਂ ਹੈ। ਪੀਪੀ ਕਿਟਸ ਜੇਕਰ ਕਿਤੇ ਸਕੈਮ ਹੋਇਆ ਤੇ ਗੁਜਰਾਤ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਵੈਂਟੀਲੇਟਰ ਸਕੈਮ ਵੀ ਹੋਇਆ ਔਰ ਪੀਪੀ ਕਿਟਸ ਜਿਹੜੀਆਂ ਅਸੀਂ ਉਹਦੇ ਲਈ ਜਿਹੜੀ ਇਨਵੈਸਟੀਗੇਸ਼ਨ ਮਾਰਕ ਕਰਤੀ, ਇਨਵੈਸਟੀਗੇਸ਼ਨ ਇਜ਼ ਬੀਇੰਗ ਡਨ, ਉਹ ਹੋ ਜਾਏਗਾ ਸਾਰਾ। ਪਰ ਜਿਹੜੀਆਂ ਵੀ ਚੀਜ਼ਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅੱਜ ਕੋਵਿਡ ਨੂੰ ਟੈਕਲ ਕਰਨ ਦਾ ਸਾਰੀਆਂ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਸਾਨੂੰ ਇੱਕ ਜੁਆਇੰਟ ਜਿਹੜੀ ਆਲ ਪਾਰਟੀ ਮੀਟਿੰਗ ਕਰਕੇ ਸਾਨੂੰ ਕੋਵਿਡ ਨੂੰ ਫੇਸ ਕਰਨ ਲਈ ਲੱਗਣਾ ਚਾਹੀਦਾ, ਨਾ ਕਿ ਇਹ ਕਹਿਣਾ ਚਾਹੀਦਾ। ਮੈਂ ਹੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅਸੀਂ ਗੱਲਬਾਤ ਕਰੀਏ, ਸਾਰਥਕ ਚਰਚਾ ਹੋਵੇ। ਗੌਰਵ ਜੀ ਇੱਕ ਸੈਕਿੰਡ ਜੀ ਬਿਲਕੁਲ ਸਰ, ਮੈਂ ਸ਼ੁਰੂਆਤ ਦੇ ਵਿੱਚ ਤਾਂ ਹੀ ਕਿਹਾ ਸੀ ਆਮ ਤੌਰ ਤੇ ਆਪਣੀ ਡਿਬੇਟ ਸ਼ੋਅ ਦੇ ਵਿੱਚ ਬਹਿਸ ਹੋ ਜਾਂਦੀ ਹੈ, ਸਿਆਸਤਦਾਨ ਆਪਸ ਦੇ ਵਿੱਚ ਇੱਕ ਪੁਆਇੰਟ ਨੂੰ ਲੈ ਕੇ ਉਲਝ ਜਾਂਦੇ ਨੇ। ਮੈਂ ਸ਼ੁਰੂਆਤ ਤਾਂ ਹੀ ਕਿਹਾ ਸੀ ਕਿ ਆਪਾਂ ਸਾਰਥਕ ਗੱਲਬਾਤ ਕਰੀਏ, ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਇਸ ਸਮੇਂ ਆਖਿਰ ਪੰਜਾਬ 'ਚ ਹੋ ਕੀ ਰਿਹਾ। ਮੈਂ ਡਾਕਟਰ ਸਾਹਿਬ ਦਾ ਰੁਖ ਕਰਦਾ, ਡਾਕਟਰ ਅਰੁਣ ਬੰਸਲ ਸਾਡੇ ਨਾਲ ਨੇ। ਡਾਕਟਰ ਅਰੁਣ, ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹੀ ਸਮਝਣਾ ਚਾਹਾਂਗਾ ਇਸ ਸਮੇਂ ਹਾਲਾਤ ਕੀ ਨੇ, ਕਿ ਵਾਕਈ ਬਹੁਤ ਭਿਆਨਕ ਸਥਿਤੀ ਦੇ ਵਿੱਚ ਇਸ ਸਮੇਂ ਪੰਜਾਬ ਹੈ, ਕਿਉਂਕਿ ਡਾਕਟਰ ਕੇ ਤਲਵਾਰ ਨੂੰ ਅਸੀਂ ਸੁਣ ਰਹੇ ਸੀ, ਉਹ ਕਹਿ ਰਹੇ ਨੇ ਕਿ 4 ਹਫ਼ਤੇ ਬਹੁਤ ਕ੍ਰਿਟੀਕਲ ਨੇ ਪੰਜਾਬ ਦੇ ਵਿੱਚ। ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ ਇਸ ਸਮੇਂ ਕਿ ਪੰਜਾਬ 'ਚ ਡੈਥ ਰੇਟ ਜ਼ਿਆਦਾ ਕਿਉਂ ਹੈ? ਸਰ ਬੇਸਿਕ ਗੱਲ ਤਾਂ ਇਹ ਕਿ ਲੋਕੀ ਟੈਸਟਿੰਗ ਲਈ ਬਹੁਤ ਘੱਟ ਆ ਰਹੇ ਆ ਬਾਹਰ ਹੁਣ ਇੱਕ ਤਾਂ, ਤੇ ਰਿਊਮਰਸ ਫੈਲ ਰਹੀਆਂ ਕਿ ਕਰੋਨਾ ਇਹ ਹੋ ਰਿਹਾ ਤੇ ਉਸ ਲਈ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਉਹ ਵੱਧ ਤੋਂ ਵੱਧ ਟੈਸਟਿੰਗ ਕਰਾਉਣ, ਸਹੀ ਟਾਈਮ ਤੇ ਟੈਸਟਿੰਗ ਕਰਾਉਣ। ਉਹ ਸਹੀ ਟਾਈਮ ਤੇ ਟੈਸਟਿੰਗ ਨਹੀਂ ਹੋ ਰਹੀ, ਉਹ ਲੇਟ ਟੈਸਟ ਲਈ ਆ ਰਹੇ ਆ। ਉਹ ਡਿਜ਼ੀਜ਼ ਇੰਨੀ ਐਡਵਾਂਸ ਹੋ ਚੁੱਕੀ ਹੁੰਦੀ ਹੈ ਜਦੋਂ ਟੈਸਟ ਕਰਾਉਣ ਆਉਂਦੇ ਆ ਕਿ ਉਦੋਂ ਡੈਥ ਰੇਟ ਆਪਣੇ ਆਪ ਹੀ ਵੱਧ ਜਾਂਦਾ ਹੈ। ਜਾਂ ਕੋਈ ਅੰਡਰਲਾਈਨ ਡਿਜ਼ੀਜ਼ ਹੈ ਉਹ ਵਰਸਨਿੰਗ ਹੋ ਜਾਂਦੀ ਹੈ ਉਹਦੀ, ਤੇ ਇਸ ਕਰਕੇ ਆਪਾਂ ਨੂੰ ਲੱਗ ਰਿਹਾ ਡੈਥ ਰੇਟ ਜ਼ਿਆਦਾ ਹੈ। ਜੇ ਬੇਸਿਕਲੀ ਆਪਾਂ ਸਹੀ ਟਾਈਮ ਤੇ ਟੈਸਟ ਕਰਾਉਣ ਜਾਂ ਲੋਕਾਂ 'ਚ ਐਜੂਕੇਸ਼ਨ ਆਵੇ ਕਿ ਉਹ ਜਦੋਂ ਹੀ ਸਿੰਪਟਮ ਹੋਣ ਨਾਲ ਦੀ ਨਾਲ ਟੈਸਟ ਕਰਾਉਣ ਤਾਂ ਇਹ ਡੈਥ ਰੇਟ ਆਪਣਾ ਵੀ ਘਟ ਜਾਏਗਾ ਸਰ। ਠੀਕ ਹੈ ਡਾਕਟਰ ਸਾਹਿਬ, ਮੈਂ ਇੱਕ ਸਮਝਣਾ ਚਾਹੁੰਦਾ ਕਿ ਕਦੋਂ ਟੈਸਟ ਕਰਵਾਉਣ ਜਾਵੇ ਕੋਈ ਸ਼ਖਸ, ਮੈਂ ਆਪਣੇ ਉੱਤੇ ਲੈਣਾ ਹੈ ਕਿ ਜੇ ਮੈਨੂੰ ਅੱਜ ਬੁਖਾਰ ਮਹਿਸੂਸ ਹੋ ਰਿਹਾ ਹੈ ਤਾਂ ਕਿ ਮੈਂ ਜਾ ਕੇ ਕਰੋਨਾ ਟੈਸਟ ਕਰਵਾ ਲਵਾਂ ਜਾਂ ਮੈਨੂੰ ਅਜੇ ਇੰਤਜ਼ਾਰ ਕਰਨਾ ਚਾਹੀਦਾ? ਮੈਂ ਸਮਝਣਾ ਚਾਹੁੰਦਾ ਕਿ ਲੋਕ ਕਦੋਂ ਜਾਣ ਕਿ ਕਿਸੇ ਦੇ ਗਲੇ 'ਚ ਖਰਾਸ਼ ਹੋ ਰਹੀ ਹੈ ਜਾਂ ਕਿਸੇ ਨੂੰ ਜ਼ੁਕਾਮ ਹੋ ਗਿਆ ਜਾਂ ਬੁਖਾਰ ਹੋ ਗਿਆ, ਕਦੋਂ ਸਾਨੂੰ ਜਾਣਾ ਚਾਹੀਦਾ ਟੈਸਟ ਕਰਵਾਉਣ ਦੇ ਲਈ? ਸਰ ਜੇ ਤਾਂ ਤੁਹਾਨੂੰ ਗਲਾ ਬੁਖਾਰ ਹੈ, ਖਾਂਸੀ ਹੈ, ਜ਼ੁਕਾਮ ਹੈ, ਕੋਈ ਸਿੰਪਟਮਸ ਆ ਰਹੇ ਆ, ਫਿਰ ਤਾਂ ਤੁਸੀਂ ਇਮੀਡੀਏਟ ਨਾਲ ਦੀ ਨਾਲ ਜਾਓ ਟੈਸਟ ਕਰਾਓ। ਜੇ ਮੰਨ ਲਓ ਤੁਹਾਨੂੰ ਕੋਈ ਸਿੰਪਟਮਸ ਨਹੀਂ ਹੈ ਪਰ ਘਰ 'ਚ ਤੁਸੀਂ ਦੇ ਕੰਟੈਕਟ 'ਚ ਆਏ ਹੋ ਜਾਂ ਕਿਸੇ ਪਰਸਨ ਦੇ ਕੰਟੈਕਟ 'ਚ ਆਏ ਹੋ, ਤੁਸੀਂ 5 ਦਿਨ ਵੇਟ ਕਰਕੇ ਉਸ ਤੋਂ ਬਾਅਦ ਜਾ ਕੇ ਟੈਸਟ ਕਰਾਓ ਇੱਕ ਵਾਰ, ਜਿਹਨੂੰ ਆਪਾਂ ਏਸਿਮਟੋਮੈਟਿਕ ਪੇਸ਼ੈਂਟਸ ਆ ਰਹੇ ਆਪਣੇ। ਠੀਕ ਹੈ। ਹੁਣ ਸਰ ਗਵਰਨਮੈਂਟ ਨੇ ਵਾਕਿੰਗ ਟੈਸਟ ਵੀ ਕਰਤਾ, ਕੋਈ ਮਰਜ਼ੀ ਜਾਵੇ। ਬਹੁਤ ਸਾਰੇ ਲੋਕ ਨਾ ਮੈਸੇਜ ਸਾਡੇ ਤੱਕ ਵੀ ਪਹੁੰਚਾਉਂਦੇ ਆ, ਉਹ ਕਹਿੰਦੇ ਨਹੀਂ ਜੀ ਕਰੋਨਾ ਤਾਂ ਕੋਈ ਚੀਜ਼ ਹੈ ਹੀ ਨਹੀਂ, ਕਰੋਨਾ ਤਾਂ ਬਸ ਇੱਕ ਤਿਆਰ ਕਰ ਦਿੱਤਾ ਗਿਆ ਜਿਸ ਦੇ ਉੱਤੇ ਅੱਜ ਰੌਲਾ ਪੈ ਰਿਹਾ ਹੈ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ ਕਿ ਵਾਕਈ ਹੀ ਕਰੋਨਾ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਿਵੇਂ ਅਸੀਂ ਇਸ ਨੂੰ ਸਮਝੀਏ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨਹੀਂ ਜੀ ਇਹ ਤਾਂ ਕੁਝ ਨਹੀਂ ਹੈ, ਦੇਖੋ ਹਰ ਕੋਈ ਘੁੰਮ ਰਿਹਾ ਹੈ, ਸਰਕਾਰ ਨੇ ਸਭ ਕੁਝ ਛੋੜ ਦੇ ਦਿੱਤੀ, ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੈ। ਖਾਸ ਤੌਰ ਤੇ ਮੈਂ ਪੰਜਾਬ ਦੇ ਪ੍ਰਸਪੈਕਟਿਵ ਤੋਂ ਜੇਕਰ ਗੱਲ ਦੇਖੋ ਸਰ, ਦੋ ਤਰ੍ਹਾਂ ਦੇ ਲੋਕ ਹੈ। ਇੱਕ ਤਾਂ ਇਹ ਕਹਿ ਰਹੇ ਕਿ ਕਰੋਨਾ ਕੁਝ ਨਹੀਂ ਹੈ, ਇਦਾਂ ਦੇ ਰਿਊਮਰਸ ਉਠਾ ਰਹੇ ਆ। ਇੱਕ ਲੋਕ ਹੈ ਬਹੁਤ ਜ਼ਿਆਦਾ ਡਰ ਰਹੇ ਆ, ਜਿਹੜੇ ਬਹੁਤ ਜ਼ਿਆਦਾ ਫੀਅਰ 'ਚ ਹੈ। ਸਰ ਬਿਲਕੁਲ ਬਿਮਾਰੀ ਹੈ, ਇਹ ਬਿਮਾਰੀ ਪਹਿਲੀ ਵਾਰ ਆਈ ਹੈ ਤੇ ਇਹ ਜਿਹੜੀ ਜਨਰੇਸ਼ਨ ਹੈ ਇਸ ਤਰ੍ਹਾਂ ਦਾ ਮਤਲਬ ਟੋਲਰੈਂਸ ਨਹੀਂ ਹੈ ਜਨਰੇਸ਼ਨ 'ਚ ਕਿ ਇਸ ਬਿਮਾਰੀ ਨੂੰ ਟੋਲਰੇਟ ਕਰ ਸਕੇ। ਇਮਿਊਨ ਸਿਸਟਮ ਵੀਕ ਹੈ ਬੀਇੰਗ ਡਿਊ ਟੂ ਸਟ੍ਰੈਸ ਵੀ ਜਾਂ ਵੈਸੇ ਲਾਈਫ ਸਟਾਈਲ ਹੈਬਿਟਸ ਕਰਕੇ। ਕਰੋਨਾ ਬਿਲਕੁਲ ਬਿਮਾਰੀ ਹੈ ਸਰ। ਈਵਨ ਤੁਸੀਂ ਦੇਖ ਰਹੇ ਹੋ ਜਿਹੜੇ
ਆਪਣੇ ਅੰਡਰਲਾਈਂਗ ਕਿਸੇ ਨੂੰ ਕੋਈ ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ ਜਾਂ ਕਿਸੇ ਨੂੰ ਕੋਈ ਕੈਂਸਰ ਹੈ ਜਾਂ ਕੋਈ ਹੋਰ ਦਿੱਕਤ ਹੈ, ਉਹ ਡੈਥਸ ਹੋ ਰਹੀ ਹੈ ਕਿਉਂਕਿ ਉਹ ਵਾਇਰਸ ਇੰਨਾ ਹੋਇਆ ਕਿ ਉਹ ਇਮਿਊਨ ਸਿਸਟਮ ਜੀ ਦੀ ਸ਼ਕਤੀ ਨਹੀਂ ਹੈ ਲੜਨ ਦੀ। ਠੀਕ ਹੈ। ਤੇ ਪਲੱਸ ਜਿਵੇਂ ਮੈਂ ਇੱਕ ਮੈਸੇਜ ਹੋਰ ਦੇਣਾ ਚਾਹਾਂਗਾ ਸਰ ਅੱਗੇ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਕਟਾਈ ਦਾ, ਠੀਕ ਹੈ, ਪਰਾਲੀ ਨੂੰ ਅੱਗ ਲਾਈ ਜਾਏਗੀ ਜੀ ਜੀ, ਤੇ ਉਹ ਦਮੇ ਦਾ ਜਿਨ੍ਹਾਂ ਨੂੰ ਅਟੈਕ ਆਉਂਦਾ ਹੈ ਉਹ ਕਰੋਨਾ ਉਹਨਾਂ ਨੂੰ ਹੋਰ ਇਫੈਕਟ ਕਰੇਗਾ ਤੇ ਇਦਾਂ ਡੈਥ ਰੇਟ ਵਧਣ ਦੇ ਹੋਰ ਚਾਂਸ ਹੈ। ਲੋਕਾਂ ਨੂੰ ਇੱਕ ਮੈਂ ਹੀ ਮੈਸੇਜ ਕਿ ਗਾ ਪਰਾਲੀ ਤੋਂ ਵੀ ਨਾ ਜਲਾਉਣ। ਠੀਕ ਹੈ ਡਾਕਟਰ ਸਾਹਿਬ, ਸਾਡੇ ਨਾਲ ਬਣੇ ਰਹੋ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਦੇਖੋ ਬਹੁਤ ਅਹਿਮ ਇਸ਼ੂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਇਸ ਪੂਰੀ ਚਰਚਾ ਦੇ ਵਿੱਚ ਹੁਣ ਤੱਕ ਇਹ ਵੀ ਚੀਜ਼ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਜਿਹੜੀ ਇਹ ਪਰਾਲੀ ਵਾਲਾ ਮਸਲਾ ਹੈ ਉਸ ਦੇ ਉੱਤੇ ਵੀ ਸਰਕਾਰ ਨੂੰ ਹੁਣ ਤੋਂ ਹੀ ਸੋਚਣਾ ਹੋਏਗਾ, ਜੇਕਰ ਨਾ ਸੋਚਿਆ ਤਾਂ ਦਿੱਕਤ ਹੋਏਗੀ। ਸਾਡੇ ਨਾਲ ਕੁਲਤਾਰ ਸੰਧਵਾ ਜੀ ਵੀ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ। ਸੰਧਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਫੌਰਨ ਵਾਪਸ ਆਵਾਂਗੇ ਤੇ ਸੰਧਵਾ ਸਾਹਿਬ ਦਾ ਵੀ ਆਮ ਆਦਮੀ ਪਾਰਟੀ ਇਸ ਸਮੇਂ ਕਿਸ ਤਰੀਕੇ ਨਾਲ ਇਸ ਪੂਰੇ ਮਾਹੌਲ ਨੂੰ ਦੇਖ ਰਹੀ ਹੈ, ਸਮਝ ਰਹੀ ਹੈ, ਉਹਨਾਂ ਤੋਂ ਵੀ ਰਾਏ ਲੈਣ ਦੀ ਕੋਸ਼ਿਸ਼ ਹੋਏਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਕੋਰੋਨਾ ਦੇ ਮੁੱਦੇ ਉੱਤੇ ਜ਼ਿਕਰ ਕਰ ਰਹੇ ਹਾਂ। ਐਤਵਾਰ ਦਾ ਲਾਕਡਾਊਨ ਜਾਂ ਕਹੀਏ ਕਿ ਕਰਫਿਊ ਲਗਾਇਆ ਗਿਆ ਕਿ ਵਾਕਈ ਜੋ ਮਾਹੌਲ ਇਸ ਸਮੇਂ ਹੈ ਪੰਜਾਬ ਦੇ ਵਿੱਚ, ਇਹ ਸਖਤੀ ਜ਼ਰੂਰੀ ਹੈ ਜਾਂ ਸਖਤੀ ਹੋਰ ਹੋਣੀ ਚਾਹੀਦੀ ਹੈ? ਖੈਰ ਸਵਾਲ ਬਹੁਤ ਸਾਰੇ ਨੇ, ਪਰ ਇਸ ਸਭ ਦੇ ਵਿੱਚ ਵਾਲੇ ਮੌਤ ਦਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪੂਰੇ ਦੇਸ਼ ਦੇ ਵਿੱਚ। ਬੇਸ਼ੱਕ ਤੁਹਾਨੂੰ ਮਹਾਰਾਸ਼ਟਰ 'ਚ ਮਾਮਲੇ ਜ਼ਿਆਦਾ ਨਜ਼ਰ ਆ ਰਹੇ ਹੋਣ, ਬੇਸ਼ੱਕ ਤੁਹਾਨੂੰ ਦਿੱਲੀ ਲੱਗ ਰਿਹਾ ਹੋਵੇ ਬਹੁਤ ਸਾਰੇ ਮਾਮਲੇ ਨੇ, ਪਰ ਪੰਜਾਬ 'ਚ ਮੌਤ ਦਰ ਸਭ ਤੋਂ ਜ਼ਿਆਦਾ ਹੈ। ਇਸ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਹੈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ। ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ ਇਸ ਬਹੁਤ ਗੰਭੀਰ ਮੁੱਦੇ ਉੱਤੇ। ਸਿੱਧਾ ਸਵਾਲ ਅਸੀਂ ਜੋ ਪੁੱਛ ਰਹੇ ਹਾਂ ਅੱਜ ਆਪਣੇ ਦਰਸ਼ਕਾਂ ਨੂੰ ਕਿ ਪੰਜਾਬ 'ਚ ਮੌਤ ਦਰ ਵੱਧ ਹੋਣ ਪਿੱਛੇ ਸਿਹਤ ਸਹੂਲਤਾਂ ਵੀ ਜ਼ਿੰਮੇਵਾਰ ਨੇ। ਵਜ੍ਹਾ ਬਹੁਤ ਹੋ ਸਕਦੀਆਂ ਨੇ, ਜਿਵੇਂ 3-4 ਵਜ੍ਹਾ ਤਾਂ ਕਾਂਗਰਸ ਦੇ ਜਿਹੜੇ ਸਾਡੇ ਨਾਲ ਬੈਠੇ ਨੇ ਰਿਪਰੈਜ਼ੈਂਟੇਟਿਵ ਉਹਨਾਂ ਨੇ ਦੱਸ ਦਿੱਤੀਆਂ ਨੇ, ਪਰ ਕਿਤੋਂ ਲੱਗਦਾ ਕਿ ਸਿਹਤ ਸਹੂਲਤਾਂ ਵੀ ਜ਼ਿੰਮੇਵਾਰ ਨੇ ਵੱਧ ਮੌਤ ਦਰ ਦੇ ਪਿੱਛੇ। ਤਾਂ ਤੁਸੀਂ ਆਪਣੀ ਰਾਏ ਭੇਜ ਸਕਦੇ ਹੋ ਹਰ ਰੋਜ਼ ਦੀ ਤਰ੍ਹਾਂ News18 ਸਪੇਸ ਦੇ ਕੇ PHH ਸਪੇਸ ਦੇ ਕੇ Y, ਜੇਕਰ ਤੁਹਾਨੂੰ ਲੱਗਦਾ ਕਿ ਹਾਂ ਸਿਹਤ ਸਹੂਲਤਾਂ ਜ਼ਿੰਮੇਵਾਰ ਨੇ। ਜੇਕਰ ਤੁਹਾਨੂੰ ਅਜਿਹਾ ਨਹੀਂ ਲੱਗਦਾ ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N, ਇਸ ਨੂੰ ਭੇਜਣਾ ਹੈ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਿਖਾਵਾਂਗੇ ਹਰ ਰੋਜ਼ ਦੀ ਤਰ੍ਹਾਂ। ਮੈਂ ਇੱਕ ਹੋਰ ਛੋਟਾ ਜਿਹਾ ਨਿੱਕਾ ਜਿਹਾ ਬ੍ਰੇਕ ਰੁਕ ਰਹੇ ਹਾਂ, ਬ੍ਰੇਕ ਲੈ ਰਹੇ ਹਾਂ, ਫੌਰਨ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਹੋਰ ਜੋ ਤੁਹਾਡੇ ਸਵਾਲ ਨੇ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਮੇਰੇ ਤੱਕ ਪਹੁੰਚ ਰਹੇ ਨੇ ਉਹ ਵੀ ਮੈਂ ਜ਼ਰੂਰ ਪੁੱਛ ਸਕਾਂ, ਖਾਸ ਤੌਰ ਤੇ ਡਾਕਟਰ ਸਾਹਿਬ ਨੂੰ ਤੇ ਨਾਲ ਹੀ ਕਾਂਗਰਸ ਦੇ ਨੁਮਾਇੰਦੇ ਨੂੰ। ਚਰਚਾ ਜਾਰੀ ਰਹੇਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕੋਰੋਨਾ ਦੇ ਮੁੱਦੇ ਉੱਤੇ ਗੱਲਬਾਤ ਕਰ ਰਹੇ ਹਾਂ। ਆਖਿਰ ਕਿਉਂ ਜ਼ਰੂਰੀ ਹੈ ਇਸ ਸਮੇਂ ਗੱਲਬਾਤ ਕਰਨੀ? ਇਸ ਕਰਕੇ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਵਿੱਚ ਕੋਰੋਨਾ ਦੀ ਰਫ਼ਤਾਰ ਤਾਂ ਨਜ਼ਰ ਆਉਂਦੀ ਹੈ, ਕਰੀਬ 1 ਲੱਖ ਰੋਜ਼ਾਨਾ ਹੁਣ ਮਾਮਲੇ ਸਾਹਮਣੇ ਆ ਰਹੇ ਨੇ, ਪਰ ਪੰਜਾਬ 'ਚ ਇਸ ਸਮੇਂ ਰਫ਼ਤਾਰ ਬਹੁਤ ਜ਼ਬਰਦਸਤ ਹੈ ਔਰ ਖਾਸ ਤੌਰ ਤੇ ਮੌਤਾਂ ਦਾ ਜੋ ਪੂਰਾ ਰੇਟ ਹੈ, ਯਾਨੀ ਕਿ ਮੌਤ ਦਰ ਹੈ ਜੋ ਇਸ ਸਮੇਂ ਪੰਜਾਬ ਦੇ ਵਿੱਚ ਇਸ ਸਮੇਂ ਮੌਤ ਦਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਯਾਨੀ ਜੇ 100 ਮਰੀਜ਼ ਬਿਮਾਰ ਹੋਏ ਜਿਨ੍ਹਾਂ ਨੂੰ ਕੋਰੋਨਾ ਹੋਇਆ ਤਾਂ ਉਹਨਾਂ ਦੇ ਵਿੱਚੋਂ ਕਰੀਬ 3 ਲੋਕਾਂ ਦੀ ਮੌਤ ਪੰਜਾਬ 'ਚ ਹੋ ਜਾਂਦੀ ਹੈ, ਜਦਕਿ ਮਹਾਰਾਸ਼ਟਰ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਾਡੀ ਰਾਜਧਾਨੀ ਹੈ ਪੰਜਾਬ ਦੀ, ਇਹ ਸਭ ਪੰਜਾਬ ਤੋਂ ਬਹੁਤ ਪਿੱਛੇ ਨੇ। ਆਖਿਰ ਵਜ੍ਹਾ ਕੀ ਹੈ, ਇਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਹਿਮਾਨ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਸਾਡੇ ਨਾਲ ਸੰਧਵਾ ਸਾਹਿਬ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ। ਸੰਧਵਾ ਸਾਹਿਬ, ਇਸ ਸੈਗਮੈਂਟ ਦਾ ਪਹਿਲਾ ਰਿਐਕਸ਼ਨ ਤੁਹਾਡੇ ਤੋਂ ਹੀ। ਸਰਕਾਰ ਦਾ ਤਰਕ ਹੈ, ਚੱਬੇਵਾਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨੇ ਜੋ ਤਰਕ ਦਿੱਤਾ, ਮੁੱਖ ਮੰਤਰੀ ਨੇ ਤਰਕ ਦਿੱਤਾ, ਸਿਹਤ ਮੰਤਰੀ ਨੇ ਤਰਕ ਦਿੱਤਾ। ਉਹ ਕਹਿੰਦੇ ਜੀ ਪੰਜਾਬੀਆਂ ਦਾ ਇੱਕ ਤਾਂ ਖਾਣਾ ਪੀਣਾ, ਇਹ ਸਿਹਤ ਮੰਤਰੀ ਦਾ ਬਿਆਨ ਸੀ, ਪੰਜਾਬੀਆਂ ਦਾ ਖਾਣਾ ਪੀਣਾ ਅਜੇ ਹੈ ਕਿ ਇਮਿਊਨਿਟੀ ਸਿਸਟਮ ਉਸ ਤਰੀਕੇ ਨਾਲ ਸਾਡਾ ਨਹੀਂ ਰਹਿ ਪਾਉਂਦਾ। ਤੇ ਦੂਜਾ ਚੱਬੇਵਾਲ ਸਾਹਿਬ ਕਹਿ ਰਹੇ ਨੇ ਕਿ ਇੱਥੇ ਡਾਇਬੀਟਿਕਸ ਬਹੁਤ ਨੇ, ਬਲੱਡ ਪ੍ਰੈਸ਼ਰ ਦੇ ਮਰੀਜ਼ ਬਹੁਤ ਨੇ, ਮਰੀਜ਼ ਸਮੇਂ ਤੇ ਹਸਪਤਾਲ ਨਹੀਂ ਪਹੁੰਚਦੇ। ਤੁਹਾਡਾ ਰਿਐਕਸ਼ਨ ਚਾਹੂੰਗਾ, ਕਿਵੇਂ ਆਮ ਆਦਮੀ ਪਾਰਟੀ ਇਸ ਪੂਰੇ ਮੁੱਦੇ ਨੂੰ ਦੇਖਦੀ ਹੈ, ਇਸ ਸਮੇਂ ਪੰਜਾਬ 'ਚ ਮੌਤ ਦਰ ਵੱਧ ਹੋਣ ਦੇ ਇਸ਼ੂ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਤੇ ਪੰਜਾਬੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਘਬਰਾਓ ਨਾ, ਕਰੋਨਾ ਨਾਲੋਂ ਕਰੋਨਾ ਦਾ ਡਰ ਜ਼ਿਆਦਾ ਖਤਰਨਾਕ ਆ। ਔਰ ਸਰਕਾਰ ਨੂੰ ਇਹ ਚਾਹੀਦਾ ਵੀ ਤੁਸੀਂ 2 ਮਹੀਨੇ ਲਗਾਤਾਰ ਇੱਕ ਲੋਕਡਾਊਨ ਲਾ ਕੇ ਲੋਕਾਂ ਨੂੰ ਬੰਦ ਕਰ ਰੱਖਿਆ, ਉਹਨਾਂ 2 ਮਹੀਨਿਆਂ ਦੇ ਵਿੱਚ ਤੁਸੀਂ ਆਪਦੇ ਹਸਪਤਾਲ ਠੀਕ ਕਰ ਲੈਂਦੇ। ਸੋ ਇਹ ਡਰ ਅੱਜ ਲੋਕ, ਇਹ ਬਿਲਕੁਲ ਸਹੀ ਗੱਲ ਆ ਵੀ ਲੋਕ ਟੈਸਟ ਕਰਾਉਣ ਤੋਂ ਡਰਦੇ। ਉਹ ਕਿਉਂ ਡਰਦੇ? ਕਿਉਂਕਿ ਹਸਪਤਾਲਾਂ ਦੇ ਵਿੱਚ ਹਾਲਾਤ ਬੜੇ ਮਾੜੇ ਨੇ। ਇਹਨਾਂ ਦੇ MLA ਮੰਤਰੀ ਉੱਥੋਂ ਭੱਜ ਜਾਂਦੇ ਨੇ। ਆਪਣੇ ਜਿਹੜੇ ਸ਼ਤਰਾਣਾ ਸਾਹਿਬ ਹੈ ਉਹ ਪਟਿਆਲੇ ਰਜਿੰਦਰਾ ਹਸਪੀਟਲ, ਮੰਨਿਆ ਪਰਮੰਨਿਆ ਹਸਪੀਟਲ ਹੈ, ਉੱਥੋਂ ਭੱਜ ਗਏ ਕਿਉਂਕਿ ਉੱਥੇ ਹਾਲਾਤ ਠੀਕ ਨਹੀਂ ਸੀ। ਸੋ ਇਹ ਮੈਨੀਫੈਸਟੇਸ਼ਨ ਹੈ ਵੀ ਆਪਾਂ ਨੂੰ ਇੱਥੇ ਇਹਨਾਂ ਨੇ ਹਾਲਾਤ ਠੀਕ ਨਹੀਂ ਕਰ ਸਕੇ। ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਜਿਹੜੇ ਤੁਸੀਂ ਇਸ ਤੋਂ ਡਰੋ ਨਾ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਆਮ ਜ਼ੁਕਾਮ ਲੱਗਦਾ ਹੁੰਦਾ, ਜੇ ਤੁਸੀਂ ਇਹਨੂੰ ਸਮੇਂ ਤੇ ਚੈੱਕ ਕਰਾ ਲਓਗੇ ਤਾਂ ਜਦੋਂ ਆਪਾਂ ਕੋਈ ਸਮਾਂ ਲੰਘ ਜਾਂਦਾ ਫਿਰ ਪ੍ਰੋਬਲਮ ਹੋ ਜਾਂਦੀ ਹੈ। ਔਰ ਬੇਨਤੀ ਆ ਕਿ ਠੰਡੇ ਪਾਣੀ ਤੋਂ ਪਰਹੇਜ਼ ਕਰੋ,
ਔਰ ਜਿਹੜੀਆਂ ਆਪਣੀਆਂ ਪੁਰਾਣੀਆਂ ਜਿਹੜੀ ਕਾੜੇ ਕੂੜੇ ਵਾਲੇ ਜਿਹੜਾ ਸਿਸਟਮ ਸੀਗਾ, ਜਿਹੜੀ ਆਪਣੀ ਸੰਸਕ੍ਰਿਤਿਕ ਜਿਹੜੀ ਆਯੁਰਵੈਦਿਕ ਔਸ਼ਧੀਆਂ ਹੈਗੀਆਂ ਸਾਰੀਆਂ, ਕਈ ਤਾਂ ਹੋਮਿਓਪੈਥੀ ਵੀ ਹੈ, ਉਹਨਾਂ ਨੂੰ ਬਿਨਾਂ ਲੋੜ ਤੋਂ ਵੀ ਯੂਜ਼ ਸ਼ੁਰੂ ਕਰ ਦਿਓ। ਹੁਣ ਅੱਗੇ ਸਮਾਂ ਆਉਣਾ, ਪਰਾਲੀ ਨੂੰ ਅੱਗ ਵੀ ਲੱਗਣੀ ਹੈ, ਮਤਲਬ ਜ਼ਿਆਦਾ ਭਿਆਨਕ ਹੋਣ ਦੀ ਇਹ ਹੈਗੀ ਹੈ। ਲੇਕਿਨ ਆਪਾਂ ਤਾਂ ਅੰਗਰੇਜ਼ ਭਜਾਤੇ ਜੀ, ਆਪਾਂ ਕਿਹੜੀ ਗੱਲ ਹੈ, ਇਹ ਬਿਲਕੁਲ ਗੁੰਮਰਾਹਕੁਨ ਗੱਲ ਹੈ ਇਹਨਾਂ ਦੀ ਵੀ ਪੰਜਾਬੀਆਂ ਦਾ ਲਾਈਫ ਸਟਾਈਲ ਇਹੋ ਜਿਹਾ। ਲਾਈਫ ਸਟਾਈਲ ਤੁਹਾਡਾ ਮਾੜਾ, ਤੁਸੀਂ ਸਹੀ ਅਗਵਾਈ ਨਹੀਂ ਦੇ ਸਕੇ। ਜਦੋਂ ਕੈਪਟਨ ਹੀ ਕਹਿੰਦਾ ਵੀ ਅਸੀਂ ਮਾਰੇ ਜਾਵਾਂਗੇ, ਤਾਂ ਫਿਰ ਕਿਹੜੀ ਲੜਾਈ ਫੌਜ ਜਿੱਤੂਗੀ ਜੀ? ਕੈਪਟਨ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਮੈਂ ਇੰਨੀ ਤਿਆਰੀ ਕਰ ਲਈ ਆ, ਸਾਡੇ ਮੁੱਖ ਮੰਤਰੀ ਸਾਹਿਬ ਨੂੰ, ਆਨਰੇਬਲ ਮੁੱਖ ਮੰਤਰੀ ਸਾਹਿਬ ਨੇ ਵੀ ਕੋਈ ਚੱਕਰ ਨਹੀਂ, ਬਿਮਾਰੀ ਵੱਧਦੀ ਅਸੀਂ ਮੁਕਾਬਲਾ ਕਰਾਂਗੇ। ਉਹ ਤਾਂ ਮੌਤਾਂ ਦੀਆਂ ਦਿਨਾਂ ਗਿਣਾਉਣ ਲੱਗ ਪਏ ਤੇ ਲੋਕਾਂ ਨੇ ਡਰਨਾ ਹੀ ਹੈ। ਫਿਰ ਕਿੱਥੋਂ ਜਾਣਗੇ ਹਸਪਤਾਲ ਦੇ ਵਿੱਚ? ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਰੋਜ਼ ਆ ਕੇ ਚੱਬੇਵਾਲ ਸਾਹਿਬ ਦਾ ਰਿਐਕਸ਼ਨ ਲੈ ਲਈ, ਮੈਂ ਛੋਟਾ ਰੱਖਿਓ ਜੀ ਜੀ ਹੋਮ ਕੁਆਰੰਟਾਈਨ ਦੀ ਗੱਲ। ਠੀਕ ਹੈ ਸੰਧਵਾ ਸਾਹਿਬ, ਛੋਟਾ ਰਿਐਕਸ਼ਨ ਰੱਖੋ ਤਾਂ ਕਿ ਆਪਾਂ ਨਾਲ ਜਵਾਬ ਲੈਂਦੇ ਰਹੀਏ, ਲੋਕਾਂ ਤੱਕ ਪੂਰਾ ਮੈਸੇਜ ਪਹੁੰਚੇ ਸਹੀ ਤਰੀਕੇ ਨਾਲ। ਚੱਬੇਵਾਲ ਸਾਹਿਬ, ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਵਿਰੋਧੀ ਪਾਰਟੀ ਦੇ ਰਿਐਕਸ਼ਨ ਤੋਂ ਬਾਅਦ ਤੁਹਾਡੇ ਕੋਲ ਆ ਸਕਾਂ, ਤੁਹਾਡਾ ਰਿਐਕਸ਼ਨ ਲੈ ਸਕਾਂ। ਜੀ ਚੱਬੇਵਾਲ ਸਾਹਿਬ, ਵਿਰੋਧੀ ਇਹ ਕਹਿ ਰਹੇ ਨੇ ਕਿ ਤੁਹਾਡੇ ਤੋਂ 2 ਮਹੀਨੇ ਚ ਜਦੋਂ ਸਭ ਕੁਝ ਤੁਸੀਂ ਲਾਕਡਾਊਨ ਕਰ ਲਿਆ ਸੀ, ਉਸ ਸਮੇਂ ਤੁਹਾਡੇ ਕੋਲੋਂ ਪੂਰੇ ਪ੍ਰਬੰਧ ਨਹੀਂ ਹੋ ਸਕੇ ਸਰਕਾਰ ਦੇ ਕੋਲੋਂ, ਕਿ ਸਿਹਤ ਸਹੂਲਤਾਂ ਇਸ ਸਮੇਂ ਹਸਪਤਾਲਾਂ ਚ ਨਹੀਂ ਹੈਗੀਆਂ, ਲੋਕ ਡਰਦੇ ਨੇ ਉੱਥੇ ਜਾਣ ਨੂੰ, ਉੱਥੇ ਟੈਸਟ ਕਰਵਾਉਣ ਨੂੰ। ਗੌਰਵ ਜੀ, ਸਾਡੀਆਂ ਸਿਹਤ ਸਹੂਲਤਾਂ ਵੀ ਬੈਟਰ ਨੇ ਔਰ ਲਾਕਡਾਊਨ ਦੇ ਵਿੱਚ ਅਸੀਂ ਪੁਖਤਾ ਪ੍ਰਬੰਧ ਕੀਤੇ ਨੇ। ਔਰ ਜਿੱਥੇ ਤੱਕ ਸੰਧਵਾ ਜੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਠੀਕ ਪ੍ਰਬੰਧ ਨਹੀਂ ਕਰ ਸਕੇ, ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕੇਜਰੀਵਾਲ ਸਾਹਿਬ ਦੇ ਜਿਹੜੇ ਪ੍ਰਬੰਧ ਹੈ, ਅੱਜ ਉਹਨਾਂ ਦੀ ਆਬਾਦੀ 1 ਕਰੋੜ ਸਾਡੇ ਨਾਲੋਂ ਘੱਟ ਆ, ਪਰੰਤੂ ਇਹਨਾਂ ਦੇ ਪ੍ਰਬੰਧ ਇਹਨਾਂ ਦੇ 2 ਲੱਖ ਤੋਂ ਵੀ ਜ਼ਿਆਦਾ ਕੇਸਿਸ ਨੇ ਉੱਥੇ, ਔਰ 4600 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ। ਇਸ ਵੇਲੇ ਅਸੀਂ ਤਾਂ ਡੈਥ ਰੇਟ ਦੀ ਗੱਲ ਕਰਦੇ ਨਾ, ਅਸੀਂ ਤਾਂ ਬੰਦੇ ਦੀ ਗੱਲ ਕਰੀਏ। 4600 ਬੰਦੇ, 4600 ਮੌਤਾਂ ਦਾ ਹੋ ਜਾਣਾ, ਇਹ ਆਪਣੇ ਆਪ ਦੇ ਵਿੱਚ ਕੀ ਸ਼ਰਮ ਦੀ ਗੱਲ ਨਹੀਂ ਹੈ? ਸੋ ਇਸ ਕਰਕੇ ਇਸੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਇੱਥੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਜਿੱਥੇ ਤੱਕ ਗੌਰਵ ਜੀ ਸਿਹਤ ਸਹੂਲਤਾਂ ਦੀ ਗੱਲ ਹੈ, ਜੇਕਰ ਅਮਰੀਕਾ ਦੀ ਗੱਲ ਕਰੀਏ, ਯੂਰਪੀਅਨ ਕੰਟਰੀਜ਼ ਦੀ ਗੱਲ ਕਰੀਏ, ਜਿੱਥੇ ਸਿਹਤ ਸਹੂਲਤਾਂ ਪੂਰੇ ਹਿੰਦੁਸਤਾਨ ਦੇ ਨਾਲੋਂ ਪਾਰ ਐਕਸਲੈਂਸ ਨੇ, ਜਿੱਥੇ ਸਾਡਾ ਕੋਈ ਮੁਕਾਬਲਾ ਨਹੀਂ, ਉਹਨਾਂ ਦੇ ਵੀ ਇਸ ਕਰੋਨਾ ਦੇ ਵਿੱਚ ਗੋਡੇ ਲੱਗ ਗਏ ਆ। ਔਰ ਪੀਪੀ ਕਿਟਸ ਉਹਨਾਂ ਨੂੰ ਨਹੀਂ ਮਿਲ ਰਹੀਆਂ ਸੀ, ਮਾਸਕ ਉਹਨਾਂ ਨੂੰ ਨਹੀਂ ਮਿਲ ਰਹੇ ਸੀ। ਜੇਕਰ ਉਹਨਾਂ ਦੇ ਗੋਡੇ ਲੱਗ ਰਹੇ ਆ ਤੇ ਅਸੀਂ ਉਹਨਾਂ ਦੇ ਨਾਲੋਂ ਤਾਂ ਪੰਜਾਬ, ਫਿਰ ਵੀ ਪੰਜਾਬ ਹਿੰਦੁਸਤਾਨ ਨੇ ਕਾਫੀ ਬੈਟਰ ਮੈਨੇਜ ਕੀਤਾ ਹੈ, ਬਜਾਏ ਕਿ ਚੱਬੇਵਾਲ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਅਮਰੀਕਾ ਦਾ ਤਰਕ ਦੇ ਕੇ ਪੰਜਾਬ ਦੇ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ? ਸਰ ਉੱਥੇ ਸਥਿਤੀ ਤਾਂ ਪਹਿਲੇ ਦਿਨ ਤੋਂ ਖਰਾਬ ਹੋ ਗਈ ਸੀ। ਇਹ ਤਾਂ ਸਾਡੇ ਸਾਹਮਣੇ ਐਗਜ਼ਾਮਪਲ ਸੀ ਇਟਲੀ ਦੀ, ਸਾਡੇ ਸਾਹਮਣੇ ਯੂਕੇ ਦੀ, ਅਮਰੀਕਾ ਦੀ ਐਗਜ਼ਾਮਪਲ ਸੀ ਸਰ ਸਾਡੇ ਸਾਹਮਣੇ। ਤਾਂ ਨਾ ਅਸੀਂ ਉਹਨਾਂ ਤੋਂ ਹੀ ਡਰੇ ਕਿ ਚੀਨ ਦਾ ਬੜਾ ਹਾਲ ਨਾ ਹੋ ਜੇ, ਪੰਜਾਬ 'ਚ ਲਾਕਡਾਊਨ ਕਰ ਦੋ, ਦੇਸ਼ 'ਚ ਲਾਕਡਾਊਨ ਕਰ ਦੋ। ਮਤਲਬ ਐਗਜ਼ਾਮਪਲ ਕੀ ਵਾਕਈ ਤੋਂ ਲੱਗਦਾ ਕਿ ਦਿੱਤੀ ਜਾ ਸਕਦੀ ਹੈ? ਅਮਰੀਕਾ ਦੇ ਨਾਲ ਅਸੀਂ ਕੰਪੇਅਰ ਕਰਨਾ ਸ਼ੁਰੂ ਕਰ ਦਈਏ? ਮਤਲਬ ਮੈਨੂੰ ਸੁਣੋ, ਜੀ ਪਲੀਜ਼ ਮੈਨੂੰ ਸੁਣੋ। ਹੁਣ ਜਿਹੜੇ ਜਿੱਦਾਂ ਦਿੱਲੀ ਜਿਸ ਫੇਜ਼ ਚੋਂ ਲੰਘੀ, ਜਦੋਂ ਦਿੱਲੀ ਦੇ 77,000 80,000 ਕੇਸ ਸੀ, ਤਾਂ ਇਹਨਾਂ ਦਾ ਜਿਹੜਾ ਮੋਰਟੈਲਿਟੀ ਰੇਟ ਸੀ ਇਹਨਾਂ ਦਾ 2.8 ਦੇ ਲਾਗੇ ਸੀ, ਔਰ ਹਿੰਦੁਸਤਾਨ ਦਾ ਮੋਰਟੈਲਿਟੀ ਰੇਟ ਟੂ ਸਟਾਰਟ ਵਿਦ 3 ਤੋਂ ਵੀ ਉੱਪਰ ਰਿਹਾ। ਵੀ ਆਰ ਗੋਇੰਗ ਥਰੂ ਦੈਟ ਵੈਰੀ ਫੇਜ਼। ਔਰ ਜਦੋਂ ਇਹ ਨੰਬਰ ਆਫ ਕੇਸਿਸ ਵਧਣਗੇ, ਨੰਬਰ ਆਫ ਜਿਹੜੇ ਟੋਟਲ ਜਿਹੜੇ ਕੇਸਿਸ ਡੇਲੀ ਵਧਣਗੇ, ਤੇ ਆਪਣੇ ਆਪ ਜਿਹੜਾ ਡੈਥ ਰੇਟ ਘੱਟ ਹੋਏਗਾ। ਇਹ ਵਰੀ ਦੀ ਗੱਲ ਨਹੀਂ ਹੈ, ਲੋਕਾਂ ਨੂੰ ਆਪਾਂ ਕਨਫਿਊਜ਼ ਕਰ ਰਹੇ ਆ, ਲੋਕਾਂ ਨੂੰ ਡਰਾਉਣ ਦਾ ਕੰਮ ਜਿਹੜੀ ਆ ਆਪੋਜੀਸ਼ਨ ਕਰ ਰਹੀ ਹੈ। ਸੋ ਮੈਂ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਲੋਕਾਂ ਨੂੰ ਡਰਾਓ ਨਾ। ਇਹ ਜਿਹੜਾ ਡੈਥ ਰੇਟ ਇੱਕ ਫੇਜ਼ ਦੇ ਵਿੱਚ ਆਇਆ ਸੀ, ਉਸ ਫੇਜ਼ ਦੇ ਵਿੱਚ ਜਦੋਂ ਅਸੀਂ ਲੱਖ ਤੇ ਪਹੁੰਚਣਾ, ਲੱਖ ਤੋਂ ਉੱਪਰ ਪਹੁੰਚਣਾ, ਇਹ ਡੈਥ ਰੇਟ ਵਿਲ ਆਟੋਮੈਟਿਕਲੀ ਕਮ ਡਾਊਨ। ਸੋ ਨੀਡ ਨਾਟ ਵਰੀ। ਬਿਲਕੁਲ ਠੀਕ ਹੈ, ਇਹ ਬੜਾ ਵੈਲਿਡ ਪੁਆਇੰਟ ਹੈ ਜੋ ਚੱਬੇਵਾਲ ਸਾਹਿਬ ਕਹਿਣਾ ਚਾਹ। 80 ਤੋਂ ਘੱਟ ਆਉਣਾ, ਠੀਕ ਹੈ, ਜਿੱਦਾਂ ਆਪਨੇ ਹਾਜ਼ਰ ਹੋਣ। ਸੰਧਵਾ ਸਾਹਿਬ, ਅਸੀਂ ਡਰਾ ਨਹੀਂ ਰਹੇ, ਡਰਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆ, ਇੰਨੀ ਤਰੀਕ ਨੂੰ ਇੰਨੀਆਂ ਮੌਤਾਂ ਹੋ ਜਾਣਗੀਆਂ, ਤਗੜੇ ਹੋ ਜਾਓ, ਆਪਾਂ ਤਗੜੇ ਹੋਏ ਆਪਾਂ ਜਿੱਤਾਂਗੇ, ਹੌਸਲਾ ਦਿਓ, ਸਭ ਕੁਝ ਠੀਕ ਹੋ ਜਾਣਗੇ। ਲੋਕਾਂ ਨੂੰ ਡਰਾਉਣਾ ਕੋਈ ਇਲਾਜ ਥੋੜੀ ਹੈ। ਤੁਸੀਂ ਤਾਂ ਮਿਸ਼ਨ ਫਤਿਹ ਨਾਮ ਦੇ ਦਿੱਤਾ ਸੰਧਵਾ ਸਾਹਿਬ ਨੇ, ਮਿਸ਼ਨ ਫਤਿਹ ਮਤਲਬ 2.5 550 ਦੇ ਕਹਿ ਰਹੇ ਹੋ ਤੁਸੀਂ ਓਪਟੀਮੀਟਰ। ਇਵੇਂ ਯੂਪੀ ਦੇ ਵਿੱਚ ਹੈ, ਯੂਪੀ ਦੇ ਵਿੱਚ ਕਰਪਸ਼ਨ ਹੋ ਰਹੀ ਆ, ਗੁਜਰਾਤ ਦੇ ਵਿੱਚ ਕਰਪਸ਼ਨ ਹੋ ਰਹੀ ਹੈ। ਇੰਨਾ ਮਾੜੀ ਗੱਲ ਹੈ, ਪੋਲੀਟੀਸ਼ੀਅਨ ਮਤਲਬ ਇਹ ਕਰੋਨਾ ਕਿਉਂ ਕਰਪਸ਼ਨ ਕੱਢ ਲਿਆ ਆਪਣੇ ਨੇ, ਮਤਲਬ ਬਹੁਤ ਸ਼ਰਮ ਦੀ ਗੱਲ ਹੈ। ਨਹੀਂ ਠੀਕ ਹੈ, ਤੁਸੀਂ ਜਿਹੜਾ ਪੁਆਇੰਟ ਕਿਹਾ ਨਾ ਕਿ ਬਾਕੀ ਲੋਕਾਂ ਨੂੰ ਹੌਸਲੇ ਦੇ ਨਾਲ ਤਾਂ ਭਰਨਾ ਹੋਏਗਾ। ਕਾਲੀਆ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਕਾਲੀਆ ਸਾਹਿਬ ਦੇਖੋ, ਤੁਸੀਂ ਪੰਜਾਬ ਨੂੰ ਲੈ ਕੇ ਕਹਿ ਰਹੇ ਹੋ, ਪੰਜਾਬ ਸਰਕਾਰ ਨੂੰ ਕਹਿ ਰਹੇ ਹੋ ਕਿ ਤੁਹਾਡੇ ਤੋਂ ਨਹੀਂ ਸੰਭਲ ਰਿਹਾ, ਪਰ ਇਸ ਸਮੇਂ ਸਰ ਦੇਸ਼ ਦੇ ਹਾਲਾਤ ਦੇਖੋ ਕੀ ਨੇ। ਰੋਜ਼ਾਨਾ ਕਰੀਬ 1 ਲੱਖ ਮਾਮਲੇ ਸਾਹਮਣੇ ਆ ਰਹੇ ਨੇ, 97,000 ਤੱਕ ਇਹ ਅੰਕੜਾ ਪਹੁੰਚ ਗਿਆ। ਚੱਬੇਵਾਲ ਸਾਹਿਬ ਤੁਹਾਡੇ ਤੋਂ ਵੀ ਸਵਾਲ ਪੁੱਛ ਰਹੇ ਨੇ ਕਿ ਅਸੀਂ ਦੂਜੇ ਨੰਬਰ ਤੇ ਹਾਂ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਅਮਰੀਕਾ ਨੂੰ ਵੀ ਪਿੱਛੇ ਛੱਡ ਦੇਵਾਂਗੇ। ਸਰਕਾਰ ਦੇ ਉੱਤੇ ਤਾਂ ਸਵਾਲ ਕੇਂਦਰ ਦੇ ਉੱਤੇ ਵੀ ਉੱਠ ਰਹੇ ਨੇ। ਕਾਲੀਆ ਸਾਹਿਬ, ਜਦ ਤੱਕ ਸਵਾਲ ਇਹ ਹੈਗਾ
ਕਿ ਕਰੋਨਾ ਦੇ ਮਰੀਜ਼ਾਂ ਦਾ ਤਾਲੁਕ ਰੇਟ ਵੱਧ ਰਿਹਾ ਹੈ, ਇਹ ਜਿਹੜਾ ਸਾਡੇ ਕਿਸੇ ਦੇ ਵੱਸ 'ਚ ਨਹੀਂ ਹੈ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਇਹ ਜਿੱਥੇ ਤੱਕ ਸਵਾਲ ਹੈ ਉਸ ਨੂੰ ਘਟਾਉਣ ਦੀ ਗੱਲ ਜਾਂ ਡੈਥ ਰੇਟ ਜਿਹੜਾ ਹੈਗਾ ਘਟਾਉਣ ਦੀ ਗੱਲ, ਕਿਉਂਕਿ ਜਦੋਂ ਲੋਕਡਾਊਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਉਸ ਤੋਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਰਫਿਊ ਲਗਾਤਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਲੇਕਿਨ ਕਰਫਿਊ ਲਗਾਇਆ ਉਹਦੇ ਵਿੱਚ ਕਿਆ ਤਿਆਰੀ ਕੀਤੀ? ਬਿਲਕੁਲ ਨਹੀਂ ਤਿਆਰੀ ਨਹੀਂ ਕੀਤੀ। ਇਹਨਾਂ ਦਾ ਸੀਗਾ ਕਿ ਵੀ ਸ਼ਰਾਬ ਜਿਹੜੀ ਹੈਗੀ ਹੈ ਇਲੀਗਲ ਕਿੱਦਾਂ ਵੰਡਣੀ ਹੈ, ਉਹਦਾ ਜਿਹੜਾ ਹੈਗਾ ਐਡਾ ਵੱਡਾ ਘੁਟਾਲਾ ਹੋਇਆ। 150 ਵਿਅਕਤੀ ਜਿਹੜੇ ਹੈਗੇ ਸਪੂਰੀਅਸ ਲਿਕਰ ਨਾਲ ਮਾਰੇ ਗਏ। ਤੁਸੀਂ ਇਹ ਦੇਖੋ ਕਿ ਵੀ ਉਹ ਡੀਨੇਚਰਡ ਸਪਿਰਿਟ ਔਰ ਉਹ ਜਿਹੜੀ ਹੈਗੀ ਹੈ ਕਿ ਵੀ ਐਕਸਟਰਾ ਨਿਊਟਰਲ ਐਲਕੋਹਲ ਇਲੀਗਲੀ ਕਿੱਦਾਂ ਜਿਹੜੀ ਹੈਗੀ ਹੈ ਡਿਸਟ੍ਰੀਬਿਊਟ ਕੀਤੀ ਗਈ, ਜਦਕਿ ਮਹਿੰਗੇ, ਜਦਕਿ ਜ਼ਿੰਮੇਵਾਰੀ ਸਾਰੀ ਚੀਫ ਮਿਨਿਸਟਰ ਦੀ ਆਂਦੀ, ਕਿਉਂਕਿ ਮਹਿਕਮੇ ਸਾਰੇ ਜਿਹੜੇ ਹੈਗੇ ਆ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਮਹਿਕਮਾ ਹੈ ਉਹ ਚੀਫ ਮਿਨਿਸਟਰ ਕੋਲ ਹੈਗਾ, ਹੋਮ ਚੀਫ ਮਿਨਿਸਟਰ ਕੋਲ ਹੈ। ਇੱਥੇ ਬੀਜ ਘੁਟਾਲਾ ਹੋਇਆ, ਇੱਥੇ ਪੀਪੀ ਕਿਟ ਘੁਟਾਲਾ ਹੋਇਆ, ਇੱਥੇ ਇੰਸ਼ੋਰੈਂਸ ਘੁਟਾਲਾ ਹੋਇਆ। ਇਹ ਸਾਰੇ ਲੋਕਡਾਊਨ ਸੀਗਾ ਕਿਉਂਕਿ ਇਹਨਾਂ ਨੇ ਤਿਆਰੀ ਨਹੀਂ ਕੀਤੀ ਕਰੋਨਾ ਦੇ ਖਿਲਾਫ ਲੜਾਈ ਲਈ, ਇਸ ਲਈ ਡੈਥ ਰੇਟ ਘੱਟ ਹੈ, ਕਿਉਂਕਿ ਇਹਨਾਂ ਦਾ ਸੀਗਾ ਕਿ ਵੀ ਕਮਾਈ ਕਿੱਦਾਂ ਕਰਨੀ ਹੈ, ਹੱਥ ਕਿੱਦਾਂ ਰੰਗਣੇ ਆ। ਸੋ ਇਸ ਲਈ ਜਿਹੜਾ ਹੈਗਾ ਕਿ ਇਹਨੂੰ ਸਭ ਤੋਂ ਪਹਿਲਾਂ ਸੀਗਾ ਕਿ ਵੀ ਠੇਕੇ ਖੋਲ ਦਿਓ, ਠੇਕੇ ਖੋਲਣ ਦੀ ਲੋੜ ਹੀ ਨਹੀਂ ਸੀਗੀ ਕਿ ਘਰੋਂ ਘਰ ਤਾਂ ਸਪਲਾਈ ਹੋ ਰਹੀ ਸੀਗੀ। ਸੋ ਉਸ ਨਾਤੇ ਜੇ ਅੱਜ ਲੱਗਦਾ ਕਿ ਦੋਵੇਂ ਚੀਜ਼ਾਂ ਨੂੰ ਕੰਪੇਅਰ ਕਰ ਲਈਏ, ਮੈਂ ਸ਼ਰਾਬ ਦਾ ਪੂਰਾ ਮਾਮਲਾ ਸਾਹਮਣੇ ਆਇਆ ਸੀ ਜਾਂ ਫਿਰ ਜਿਹੜਾ ਸ਼ਰਾਬ ਦਾ ਘੁਟਾਲਾ ਹੋਇਆ ਡੈਥ ਰੇਟ ਦੇ ਨਾਲ ਅਸੀਂ ਜਾ ਕੇ ਜੋੜ ਲਈਏ, ਕਰਫਿਊ ਲਗਾ ਕੇ ਹੋਇਆ ਕਿ ਵੀ ਲੋਕਾਂ ਨੂੰ ਬਾਹਰ ਨਾ ਕੱਢੋ, ਸ਼ਰਾਬ ਜਿਹੜੀ ਆ ਬਾਹਰ ਕੱਢ ਦਿਓ, ਘਰੋਂ ਘਰ ਹੀ ਵੇਚੋ। ਇਹਦੇ ਕਾਰਨ ਧਿਆਨ ਹੀ ਨਹੀਂ ਸੀਗਾ ਇਹਨਾਂ ਦਾ। ਹੁਣ ਤੁਸੀਂ ਦੇਖੋ ਕਿ ਮਾਈਨਿੰਗ ਜਿਹੜੀ ਹੈਗੀ ਇਲੀਗਲ ਹੋਣ ਦੀ ਸੀਗੀ ਉਹ ਵੀ ਲੋਕਡਾਊਨ ਦੇ ਵਿੱਚ ਹੋਈ ਹੈਗੀ ਆ। ਸੋ ਉਸ ਨਾਤੇ ਇਹਨਾਂ ਦਾ ਧਿਆਨ ਨਾ ਕਿ ਕਰੋਨਾ ਨਾਲ ਲੜਾਈ ਲੜਨ ਲਈ ਜਾਂ ਹਸਪਤਾਲ ਦੇ ਵਿੱਚ ਬੈਟਰ ਮੈਡੀਕਲ ਫੈਸਿਲਿਟੀਜ਼ ਦੇਣ ਲਈ ਨਹੀਂ ਸੀਗਾ, ਉਹਦੇ ਲਈ ਚੱਬੇਵਾਲ ਸਾਹਿਬ ਇੱਕ ਰਿਐਕਸ਼ਨ ਕਿੱਦਾਂ ਕਰਨੇ ਆ। ਚੱਬੇਵਾਲ ਸਾਹਿਬ ਤਾਂ ਇਸ ਗੱਲ ਦਾ ਹੈ ਘੁੰਮ ਫਿਰ ਕੇ ਗੱਲ ਤੁਹਾਡੇ ਉੱਤੇ ਇਸ ਕਰਕੇ ਕੋਈ ਜਿਹੜਾ ठीक है कालिया साहब मैं ਤੁਹਾਡੇ ਕੋਲ ਵਾਪਸ ਆਉਣਾ, ਮੈਂ ਵਾਪਸ ਆਉਣਾ। ਇੱਕ ਛੋਟਾ ਜਿਹਾ ਰਿਐਕਸ਼ਨ ਲੈ ਲਈਏ ਸਰ, ਜਿਹੜੀਆਂ ਤੁਸੀਂ ਗੱਲਾਂ ਕਹੀਆਂ ਫਿਰ ਉਹ ਸਾਰੇ ਪੁਆਇੰਟ ਦੇ ਉੱਤੇ ਗੱਲਬਾਤ ਹੋਣੀ ਬੰਦੀ। ਚੱਬੇਵਾਲ ਸਾਹਿਬ ਦੇਖੋ ਤੁਹਾਡੇ ਉੱਤੇ ਐਲੀਗੇਸ਼ਨਸ ਵਾਰ-ਵਾਰ ਘੁੰਮ ਕੇ ਉਹੀ ਲੱਗਦੇ ਨੇ ਕਿ ਜਦੋਂ ਸਮਾਂ ਸੀ, ਕਿਉਂਕਿ ਉਸ ਸਮੇਂ ਤਾਂ ਕੇਸਿਸ ਹੀ ਕੁਝ ਨਹੀਂ ਸੀ, 5 ਕੇਸ ਆਉਂਦੇ ਸੀ, 10 ਕੇਸ ਦਿਨ ਦੇ ਵਿੱਚ ਆਉਂਦੇ ਸੀ, ਲੱਗਦਾ ਸੀ ਬਹੁਤ ਮਾਮਲੇ ਆ ਗਏ, ਤਾਂ ਉਹ ਤਾਂ ਸਮਾਂ ਸੀ ਤੁਹਾਡੇ ਕੋਲ। ਆਪੋਜੀਸ਼ਨ ਬੀਜੇਪੀ ਦਾ ਇਲਜ਼ਾਮ ਲਗਾ ਰਹੀ ਹੈ ਕਿ ਤੁਹਾਡਾ ਫੋਕਸ ਹੀ ਹੋਰ ਪਾਸੇ ਸੀ, ਐਕਸਾਈਜ਼ ਵਾਲੇ ਕੰਮ ਦੇ ਉੱਤੇ ਸੀ, ਸ਼ਰਾਬ ਦੇ ਠੇਕਿਆਂ ਉੱਤੇ ਫੋਕਸ ਸੀ, ਮਾਈਨਿੰਗ ਦੇ ਉੱਤੇ ਫੋਕਸ ਸੀ, ਤੁਸੀਂ ਫੋਕਸ ਕੀਤਾ ਹੀ ਨਹੀਂ ਕਿ ਤਿਆਰੀਆਂ ਕਰ ਲਈਏ, ਮਾਮਲਾ ਵੱਧ ਸਕਦਾ। ਮੁੱਖ ਮੰਤਰੀ ਖੁਦ ਕਹਿ ਰਹੇ ਸੀ ਕਿ ਸਤੰਬਰ ਅਕਤੂਬਰ 'ਚ ਜ਼ਿਆਦਾ ਦਿੱਕਤ ਹੋਏਗੀ। ਚੱਬੇਵਾਲ ਸਾਹਿਬ ਗੌਰਵ ਜੀ, ਇਹ ਤਾਂ ਜਦੋਂ ਹਿੰਦੁਸਤਾਨ 'ਚ ਵੀ ਕੇਸ ਵਧਣੇ ਸ਼ੁਰੂ ਹੋਏ ਤਾਂ 1 2 3 4 5,000 2,000 10,000 ਅੱਜ ਲੱਖ ਵਧਣ ਰਿਹਾ, ਤੇ ਇਹ ਤਾਂ ਸਾਰੇ ਇਸੇ ਤਰ੍ਹਾਂ ਵਧਣੇ ਸ਼ੁਰੂ ਹੋਏ। ਔਰ ਮੈਂ ਮਨੋਰੰਜਨ ਕਾਲੀਆ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਜਿਹੜੇ ਅਰੇਂਜਮੈਂਟ ਹੈ ਅੱਜ ਵੀ ਜਿਹੜੇ ਹੈਲਥ ਅਰੇਂਜਮੈਂਟ ਆ ਉਹ ਬਹੁਤ ਅੱਛੇ ਨੇ, ਔਰ ਇਹਨਾਂ ਦੀ ਕੇਂਦਰ ਸਰਕਾਰ ਨੇ ਸਾਨੂੰ ਵਧੀਆ ਸਿਹਤ ਸਹੂਲਤਾਂ ਦੇ ਲਈ ਇੱਕ ਬੈਸਟ ਸੂਬਾ ਜਿਹੜਾ ਐਲਾਨ ਲਿਆ। ਔਰ ਦੂਸਰੀ ਗੱਲ, ਜਿੱਥੇ ਤੱਕ ਸੰਧਵਾ ਸਾਹਿਬ ਦੀ ਗੱਲ ਹੈ ਕਿ ਕੈਪਟਨ ਸਾਹਿਬ ਡਰਾ ਰਹੇ ਆ, ਜਦੋਂ ਕੈਪਟਨ ਸਾਹਿਬ ਦੀ ਪਹਿਲੀ ਸਟੇਟਮੈਂਟ ਆਈ ਕਿ ਸਪਟੈਂਬਰ ਦੇ ਵਿੱਚ ਜਿਹੜਾ ਪੰਜਾਬ ਉਹ ਪੀਕ ਆਊਟ ਕਰੇਗਾ, ਇਹਨਾਂ ਨੇ ਹਾਹਾਕਾਰ ਮਚਾਤੀ ਜੀ। ਕੈਪਟਨ ਸਾਹਿਬ ਨੇ ਬੜਾ ਗਲਤ ਕਹਿਤਾ ਜੀ, ਇਹ ਤਾਂ ਬੜਾ ਬਹੁਤ ਗਲਤ ਬਿਆਨ ਦਿੱਤਾ। ਔਰ ਅੱਜ ਤੁਸੀਂ ਦੇਖੋ ਸਪਟੈਂਬਰ ਦੇ ਵਿੱਚ ਅਸੀਂ ਪੀਕ ਆਊਟ ਕਰ ਰਹੇ ਹਾਂ। ਔਰ ਦੂਸਰਾ, ਜੇਕਰ ਉਹ ਡੈਥ ਰੇਟਸ ਦੱਸ ਰਹੇ ਨੇ ਕਿ ਇੰਨੀਆਂ ਡੈਥ ਜਿਹੜੀਆਂ 1 ਮਹੀਨੇ, ਦੈਟ ਇਜ਼ ਦਾ ਪ੍ਰੈਡਿਕਸ਼ਨ। ਜੇਕਰ ਪ੍ਰੈਡਿਕਸ਼ਨ ਕੋਈ ਐਪੀਡੈਮੋਲੋਜਿਸਟ ਵੀ ਕਰਦੇ ਨੇ, ਸਰਕਾਰਾਂ ਵੀ ਕਰਦੇ ਨੇ, ਨੋ ਤੁਸੀਂ ਦੇਖੋ, ਆਪਾਂ ਜੇਕਰ ਇੱਕ ਅੱਛੇ ਤਰੀਕੇ ਦੇ ਨਾਲ ਸੋਚੀਏ, ਇੱਕ ਅੱਛੇ ਸੋਚ ਦੇ ਨਾਲ, ਦੈਟ ਇਜ਼ ਪ੍ਰੈਡਿਕਸ਼ਨ, ਇਸ ਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਬਾਕੀ ਜਿੱਥੇ ਤੱਕ ਕਾਲੀਆ ਸਾਹਿਬ ਨੇ ਸ਼ਰਾਬ ਦੀ ਗੱਲ ਕੀਤੀ ਹੈ, ਗੌਰਵ ਜੀ, ਸੰਧਵਾ ਸਾਹਿਬ ਇੱਕ ਸੈਕਿੰਡ ਨਹੀਂ ਦੇਖੋ, ਚੱਬੇਵਾਲ ਸਾਹਿਬ ਦਿੱਲੀ ਮੈਂ ਸੰਧਵਾ ਸਾਹਿਬ ਤੁਹਾਡੇ ਕੋਲ ਆ ਰਿਹਾ, ਮੈਂ ਕਾਲੀਆ ਸਾਹਿਬ ਤੁਹਾਡੇ ਕੋਲ ਆ ਰਿਹਾ। ਚੱਬੇਵਾਲ ਸਾਹਿਬ ਮੈਂ ਤੁਹਾਨੂੰ ਮਾਫੀ ਚਾਹੂੰਗਾ, ਵਿਚਾਲੇ ਰੁਕ ਰਹੇ ਹਾਂ। ਚੱਬੇਵਾਲ ਸਾਹਿਬ ਦੇਖੋ, ਜੋ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਦਿੱਲੀ ਦੇ ਉਪ ਮੁੱਖ ਮੰਤਰੀ ਨੇ ਹੀ ਜ਼ਿਕਰ ਕੀਤਾ ਸੀ ਕਿ 5 ਲੱਖ ਤੋਂ ਜ਼ਿਆਦਾ ਮਾਮਲੇ ਹੋਣਗੇ, 6 ਲੱਖ ਤੋਂ ਜ਼ਿਆਦਾ ਮਾਮਲੇ, ਆਈ ਥਿੰਕ ਉਹਨਾਂ ਨੇ ਕਿਹਾ ਸੀ ਕਿ ਅਗਸਤ ਸਟਾਰਟਿੰਗ ਦੇ ਵਿੱਚ ਇੰਨੇ ਮਾਮਲੇ ਹੋ ਜਾਣਗੇ, ਜੁਲਾਈ ਐਂਡ ਤੱਕ। ਤਾਂ ਉਹ ਵੀ ਉਸ ਸਮੇਂ ਕਾਂਗਰਸ ਨੇ ਕਹਿ ਰਹੀ ਸੀ ਤੁਸੀਂ ਲੋਕਾਂ ਨੂੰ ਡਰਾਉਣ ਲੱਗੇ ਜੀ, ਅਗਲੇ 20 ਦਿਨ ਦੇ ਵਿੱਚ 5 ਲੱਖ ਮਾਮਲੇ ਹੋ ਜਾਣੇ ਨੇ। ਤੁਸੀਂ ਉਹੀ ਪੁਆਇੰਟ ਬੋਲ ਰਹੇ ਸੀ ਨਾ ਉਸ ਸਮੇਂ, ਚੱਬੇਵਾਲ ਸਾਹਿਬ। ਨਹੀਂ, ਐਕਚੁਅਲੀ ਗੌਰਵ ਜੀ, ਜਿਹੜਾ ਲੋਕਾਂ ਨੂੰ ਡਰਾਉਣ ਦਾ ਕੰਮ ਆਮ ਆਦਮੀ ਪਾਰਟੀ ਜ਼ਿਆਦਾ ਕਰ ਰਹੀ ਆ, ਇਹਨਾਂ ਕੋਲ ਮੁੱਦਾ ਕੋਈ ਹੈ ਨਹੀਂ। ਔਰ ਦੂਸਰੀ ਗੱਲ, ਕਾਲੀਆ ਸਾਹਿਬ ਗੱਲ ਕਰ ਰਹੇ ਦਿੱਲੀ ਸ਼ਰਾਬ ਦੀ, ਔਰ 150 ਮੌਤਾਂ ਹੋਈਆਂ, ਬਹੁਤ ਅਨਫੋਰਚੂਨੇਟ ਹੈ। ਔਰ 2009 ਦੇ ਵਿੱਚ ਮੋਦੀ ਸਾਹਿਬ ਮੁੱਖ ਮੰਤਰੀ ਸੀ ਗੁਜਰਾਤ ਦੇ, ਉਦੋਂ ਦੇਸ਼ ਦੇ ਵਿੱਚ ਅੱਜ ਤੱਕ ਦੀ ਹਿਸਟਰੀ ਹੈ 400 ਤੋਂ 500 ਤੋਂ ਜ਼ਿਆਦਾ ਮੌਤਾਂ ਹੋਈਆਂ। ਔਰ ਕੀ ਮਤਲਬ, ਕਈ ਵਾਰ ਅਨਫੋਰਚੂਨੇਟ ਇੰਸੀਡੈਂਟਸ ਹੁੰਦੇ ਆ, ਵੀ ਹੈਵ ਟੈਕਲਡ ਇਟ ਵੈਰੀ ਵੈਲ। ਕਈ ਵਾਰ ਅੱਜ ਉਹ ਪ੍ਰਧਾਨ ਮੰਤਰੀ ਨੇ ਕਈ ਇੰਸੀਡੈਂਟਸ ਸਦਨ ਦੇ ਰਿਪੋਰਟਡ ਨੇ। ਠੀਕ ਹੈ ਚੱਬੇਵਾਲ ਸਾਹਿਬ, ਦੇਖੋ ਤੁਹਾਡੇ ਕੋਲ ਆਪਣਾ ਇੱਕ ਐਂਗਲ ਹੋ ਸਕਦਾ ਹੈ। ਡਾਕਟਰ ਸਾਹਿਬ ਕੋਲ ਜਾਊਂਗਾ ਮੈਂ, ਸੰਧਵਾ ਸਾਹਿਬ ਦਾ ਰਿਐਕਸ਼ਨ ਲੈਣਾ। ਸੰਧਵਾ ਸਾਹਿਬ ਠੀਕ ਹੈ ਸਰ, ਤੁਸੀਂ ਆਪਣਾ ਪੁਆਇੰਟ ਰੱਖਿਆ। ਸੰਧਵਾ ਸਾਹਿਬ, ਤੁਸੀਂ ਡਰਾ ਰਹੇ ਹੋ ਲੋਕਾਂ ਨੂੰ, ਸਰਕਾਰ ਨਹੀਂ ਡਰਾ ਰਹੀ, ਉਹ ਕਹ ਰਹੇ ਕਿ ਪ੍ਰੈਡਿਕਸ਼ਨ ਹੈ, ਪ੍ਰੈਡਿਕਸ਼ਨ ਮਹਾਰਾ ਨੇ ਕਰ ਦਿੱਤੀ, ਸੀਐਮ ਸਾਹਿਬ ਨੇ ਅੱਗੇ ਦੱਸ ਦਿੱਤਾ। ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਪੱਤਰਕਾਰਾਂ ਨੂੰ ਕੁੱਟਿਆ ਗਿਆ, ਉਹ ਤਰਨਤਾਰਨ ਐਸਐਸਪੀ ਨੇ ਕੋਈ ਐਕਸ਼ਨ ਨਹੀਂ ਲਿਆ, ਉਹ ਸਾਰੇ ਉੱਥੋਂ ਪੱਤਰਕਾਰ ਨੂੰ ਫੜ ਕੇ ਅੰਦਰ ਦੇਤਾ। ਇਹ ਬਿਲਕੁਲ ਗਲਤ ਕਹਾਣੀਆਂ ਤੁਹਾਡੀਆਂ। ਔਰ
ਜਿਹੜੇ ਸਾਡੇ ਆਨਰੇਬਲ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ। ਕਹਿੰਦੇ ਨੇ ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ, ਉਹ ਸਾਡਾ ਕੈਪਟਨ ਕਹੀ ਜਾਂਦੇ ਸਾਡੇ ਫੌਜੀ ਅੱਗੇ ਜਾ ਕੇ ਮਰ ਜਾਣਗੇ, ਫਿਰ ਕਿੱਥੋਂ ਲੰਘਣਗੇ ਬਈ? ਕੈਪਟਨ ਨੂੰ ਇਹ ਕਹਿਣਾ ਚਾਹੀਦਾ ਸੰਧਵਾ ਸਾਹਿਬ ਜਦੋਂ ਦਿੱਲੀ ਵਾਲਿਆਂ ਨੇ ਕਿਹਾ ਸੀ ਕਿ 6 ਲੱਖ ਮਾਮਲੇ ਹੋ ਜਾਣੇ, 5 ਲੱਖ ਮਾਮਲੇ ਹੋ ਜਾਣੇ। ਨਹੀਂ ਸੰਧਵਾ ਸਾਹਿਬ ਦੇਖੋ ਸਵਾਲ ਤਾਂ ਤੁਹਾਡੇ ਤੋਂ ਨਹੀਂ, ਦਿੱਲੀ ਵਾਲੇ ਨੇ ਕਹਿੰਦੇ ਸੀ ਸੋਚਦੇ ਦੀ ਸਟੇਟਮੈਂਟ ਤੁਹਾਨੂੰ ਯਾਦ ਹੋਏਗੀ, ਕਹਿੰਦੇ ਸੀ 5 ਲੱਖ ਪਲੱਸ ਮਾਮਲੇ ਹੋ ਜਾਣਗੇ। ਦਿੱਲੀ 'ਚ ਅੱਜ ਤੱਕ ਨਹੀਂ ਹੋਏ ਸਰ, 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਰੱਬ ਕਰੇ ਨਾ ਹੋਵੇ, ਪਰ ਪ੍ਰੈਡਿਕਸ਼ਨ ਤਾਂ ਉਹਨਾਂ ਨੇ ਵੀ ਕੀਤੀ ਸੀ। ਗੌਰਵ ਜੀ ਉਹਨਾਂ ਨੇ ਭਵਿੱਖਬਾਣੀ ਕੀਤੀ, ਮਾਮਲੇ ਵੱਧ ਸਕਦੇ, ਉਹਨਾਂ ਨੇ ਇਹ ਨਹੀਂ ਕਿਹਾ ਸੀ ਮੌਤਾਂ ਵੱਧ ਜਾਣਗੀਆਂ। ਇਹ ਤਾਂ ਜੋਸ਼ੀ ਵਾਂਗੂ ਕਰ ਲਾ ਪਏ। ਇਹਨਾਂ ਨੂੰ ਕਹੋ ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਜੋਸ਼ੀ ਨਹੀਂ, ਤੁਸੀਂ ਯਮਰਾਜ ਦੇ ਦੂਤ ਨਹੀਂ ਗਏ ਇੱਥੇ, ਤੁਸੀਂ ਮੁੱਖ ਮੰਤਰੀ ਹੋ। ਮੁੱਖ ਮੰਤਰੀ ਵਾਂਗੂ ਹਸਪਤਾਲਾਂ ਦੇ ਵਿੱਚ ਪਾਣੀ ਤਾਂ ਦਿਵਾ ਦਿਓ। ਦਵਾਈ ਕਿਥੋਂ ਨਰੇਸ਼ ਕਟਾਰੀਆ ਜੀ ਫਰੀਦਕੋਟ ਮੈਡੀਕਲ ਕਾਲਜ ਚੀਕਾਂ ਮਾਰਦੇ, ਇੱਥੋਂ ਗਏ, ਇੱਥੋਂ ਮੁੜ ਕੇ ਰੈਫਰ ਕਰਾਇਆ ਉਹਨਾਂ ਨੇ, ਜਿਹੜੇ ਸਾਬਕਾ ਐਮਐਲਏ ਚੀਰੇ ਦੇ ਇੱਕ ਐਮਐਲਏ ਚੀਕਾਂ ਮਾਰਦੇ ਤੋਂ ਰੈਫਰ ਹੋ ਕੇ ਫੋਰਟੀ 'ਚ ਗਿਆ, ਕਿੰਨੇ ਕੁ ਬੰਦੇ ਫੋਰਟੀ 'ਚ ਆਉਣਗੇ? ਸੋ ਲੋਕਾਂ ਦੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਵੀ ਸਾਡਾ ਇਲਾਜ ਹੋ ਜੂ। ਅੱਜ ਟੈਸਟ ਕਰਾ ਨਹੀਂ ਰਹੇ। ਸਭ ਤੋਂ ਵੱਡੀ ਲੜਾਈ ਜਿੱਤਣ ਦੇ ਵਿੱਚ ਕਰੋਨਾ ਦੀ ਹੈ ਵੀ ਤੁਸੀਂ ਤੁਹਾਡੀ ਟੈਸਟਿੰਗ ਹੋਣੀ ਚਾਹੀਦੀ ਆ। ਅੱਜ ਦਿੱਲੀ ਦੇ 60,000 ਟੈਸਟਿੰਗ ਰੋਜ਼ ਹੋ ਰਹੀ ਹੈ, ਤੁਹਾਡੀਆਂ ਕਿੰਨੀਆਂ ਹੋ ਰਹੀਆਂ? ਇੱਥੇ ਲੋਕ ਡਰਦੇ ਨੇ ਕਿ ਸਾਨੂੰ ਚੱਕ ਕੇ ਲੈ ਜਾਣਗੇ। ਇਹ ਡਰ ਹੋਣਾ ਨਹੀਂ ਚਾਹੀਦਾ। ਲੋਕ ਹਸਪਤਾਲਾਂ ਜਾਣ ਤੇ ਠੀਕ ਹੋਣ। ਲੋਕ ਹਸਪਤਾਲ ਨੂੰ ਵੇਖ ਕੇ ਬਿਮਾਰ ਹੋ ਜਾਂਦੇ ਆ। ਬਿਮਾਰੀ ਆਹ ਹੈ, ਕਰੋਨਾ ਨਾਲ ਓਟੀ ਡੈਥ ਨਹੀਂ ਹੋ ਰਹੀ ਜਿੰਨੀ ਤੁਹਾਡੇ ਸਹਿਮ ਨਾਲ ਡਰ ਨਾਲ ਹੋ ਰਹੇ। ਲੋਕ ਛਾਲਾਂ ਮਾਰ ਰਹੇ ਆ। ਇੱਕ ਠੱਠੀ ਭਾਈ ਦਾ ਮਰੀਜ਼ ਵਿਚਾਰਾ ਆਪਾਂ ਲਗਾਤਾਰ ਪੁਆਇੰਟ ਦੇ ਉੱਤੇ ਡਿਸਕਸ ਕਰ ਰਹੇ ਹਾਂ ਕਿ ਕਰੋਨਾ ਦੇ ਨਾਲੋਂ ਕਰੋਨਾ ਤੇ ਜਾਂ ਕਹੀਏ ਕਿ ਹਸਪਤਾਲਾਂ 'ਚ ਜਾਣ ਦਾ ਖੌਫ ਜ਼ਿਆਦਾ ਹੈ। ਠੀਕ ਹੈ ਮੈਂ ਸੰਧਵਾ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਕਾਲੀਆ ਸਾਹਿਬ ਦਾ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਚੱਬੇਵਾਲ ਸਾਹਿਬ ਦਾ ਰਿਐਕਸ਼ਨ ਇਸ ਦੇ ਉੱਤੇ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਕਾਲੀਆ ਸਾਹਿਬ ਕੁਝ ਕਹਿਣਾ ਚਾਹ ਰਹੇ ਹੋ ਤੁਸੀਂ? ਗੱਲ ਇਹ ਹੈਗਾ ਕਿ ਜਿੱਦ ਤੱਕ ਸਵਾਲ ਇਹ ਹੈਗਾ ਕਿ ਵੀ ਲੋਕਾਂ ਦਾ ਡਰ ਕਿਸ ਤਰ੍ਹਾਂ ਲੱਥ ਸਕਦਾ, ਉਹ ਤਾਂ ਲੱਥੇਗਾ ਕਿ ਜੇ ਮਿਨਿਸਟਰ ਨੂੰ ਕਿਸੇ ਨੂੰ ਪੋਜ਼ਿਟਿਵ ਹੁੰਦਾ ਜਾ ਕੇ ਸਿਵਲ ਹਸਪਤਾਲ 'ਚ ਇਲਾਜ ਕਰਾਵੇ, ਕਾਂਗਰਸੀ ਐਮਐਲਏ ਕਰਾਉਣ, ਕਾਂਗਰਸੀ ਮੰਤਰੀ ਕਰਾਉਣ, ਜਾਂ ਫੇਰ ਹੋਵੇ ਕਿ ਲੋਕਾਂ ਨੂੰ ਕਿ ਜੀ ਇਹਨਾਂ ਦਾ ਇਲਾਜ ਉੱਥੇ ਹੋ ਰਿਹਾ ਤੇ ਅਸੀਂ ਵੀ ਜਾਵਾਂਗੇ। ਇਹ ਕਰਨ ਦਾ ਪਹਿਲ ਕਰਨ, ਸ਼ੁਰੂਆਤ ਕਰਨ। ਕਿਉਂ ਜੇ ਰਜਿੰਦਰ ਹਸਪਤਾਲ ਤੋਂ ਸ਼ਤਰਾਣਾ ਦੇ ਐਮਐਲਏ ਦੌੜ ਗਿਆ, ਉਹਦਾ ਮਤਲਬ ਮੈਸੇਜ ਗਲਤ ਜਾਂਦਾ ਕਿ ਭਾਈ ਬਚੋ, ਇੱਥੇ ਨਹੀਂ ਇਲਾਜ ਹੈਗਾ ਪ੍ਰੋਪਰ, ਇੱਥੇ ਫੈਸਿਲਿਟੀਜ਼ ਨਹੀਂ ਹੈਗੀਆਂ। ਚਾਹੀਦਾ ਤਾਂ ਇਹ ਹੈਗਾ ਕਿ ਹੁਣ ਸਭ ਤੋਂ ਪਹਿਲਾਂ ਕਿ ਵੀ ਚਾਹੀਦਾ ਕਿ ਜਿਹਨੇ ਐਮਐਲਏ ਮੰਤਰੀ ਕੋਈ ਪੋਜ਼ਿਟਿਵ ਆਂਦਾ ਸਾਰੇ ਜਿਹੜਾ ਫੈਸਲਾ ਕਰਨ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚੋਂ ਜਿਹੜਾ ਹੈਗਾ ਸਰਕਾਰੀ ਡਾਕਟਰਾਂ ਕੋਲੋਂ ਜਿਹੜਾ ਹੈਗਾ ਅਸੀਂ ਟ੍ਰੀਟਮੈਂਟ ਕਰਾਉਣਾ ਹੈਗਾ। ਠੀਕ ਹੈ ਚੱਬੇਵਾਲ ਸਾਹਿਬ, ਦੇਖੋ ਲੋਕ ਇਹ ਸਵਾਲ ਤਾਂ ਜ਼ਰੂਰ ਚੁੱਕ ਰਹੇ ਨੇ ਕਿ ਜੇ ਸਿਹਤ ਸਹੂਲਤਾਂ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਠੀਕ ਨੇ, ਬਹੁਤ ਵਧੀਆ ਨੇ, ਤਾਂ ਇੱਕ ਕੋਈ ਐਮਐਲਏ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਸਰਕਾਰੀ ਹਸਪਤਾਲ 'ਚ ਜਾ ਕੇ ਇਲਾਜ ਕਰਵਾ ਕੇ ਆਇਆ ਹੋਵੇ, ਬਹੁਤ ਲੰਬੀ ਚੌੜੀ ਲਿਸਟ ਹੈ ਸਰ, ਨਾ ਹੋਵੇ ਕਿਸੇ ਨੂੰ ਕਰੋਨਾ, ਅਸੀਂ ਤਾਂ ਇਹੀ ਕਹਿ ਰਹੇ ਹਾਂ, ਪਰ ਇਹ ਵੀ ਇੱਕ ਫੈਕਟ ਹੈ ਕਿ ਪ੍ਰਾਈਵੇਟ ਹਸਪਤਾਲਾਂ ਦਾ ਹੀ ਰੁਖ ਕਰਦੇ ਨੇ। ਗੌਰਵ ਜੀ, ਇੱਕ ਲੋਕਾਂ ਦਾ ਮਾਈਂਡ ਸੈਟ ਬਣ ਚੁੱਕਾ ਹੈ। ਜਿਹੜੇ ਲੋਕ ਪ੍ਰਾਈਵੇਟ ਜਾਣਾ ਚਾਹਣਗੇ, ਅਫੋਰਡ ਕਰ ਸਕਦੇ, ਉਹ ਪ੍ਰਾਈਵੇਟ 'ਚ ਜਾਣਾ। ਦੇਖੋ ਸੰਧਵਾ ਸਾਹਿਬ, ਮੈਨੂੰ ਬੋਲ ਲੈਣ ਦਿਓ ਸੰਧਵਾ ਜੀ, ਪਲੀਜ਼ ਲੈਟ ਮੀ ਸਪੀਕ। ਤੇ ਜਿਹੜੇ ਲੋਕ ਪ੍ਰਾਈਵੇਟ ਜਾਣਾ ਚਾਹੁੰਦੇ ਆ ਉਹਨੀ ਪ੍ਰਾਈਵੇਟ ਹੀ ਜਾਣਾ। ਔਰ ਜਿੱਥੇ ਤੱਕ ਕੇਜਰੀਵਾਲ ਸਾਹਿਬ ਦਾ ਸਵਾਲ ਹੈ, ਇਹਨਾਂ ਦੀ ਜਿਹੜੀਆਂ ਇਹ ਬਹੁਤ ਜ਼ਿਆਦਾ ਫੜਾ ਮਾਰ ਰਹੇ ਆ, ਜਦੋਂ 57-58 ਹਜ਼ਾਰ ਇਹਨਾਂ ਦੇ ਕੇਸ ਹੋਏ ਤਾਂ ਇਹਨਾਂ ਨੇ ਬਾਈ ਅਮਿਤ ਸ਼ਾਹ ਜੀ ਨੂੰ ਕਿਉਂ ਆਉਣਾ ਪਿਆ ਉੱਥੇ? ਕੇਂਦਰ ਸਰਕਾਰ ਨੂੰ ਕਿਉਂ ਸਟੈਪ ਇਨ ਕਰਨਾ ਪਿਆ? ਕਿਉਂਕਿ ਇਹਨਾਂ ਦੇ ਵੀ ਹਾਲਾਤ ਉਹ ਇੱਕ ਐਸੀ ਸਟੇਜ ਸੀ, ਅਸੀਂ ਵੀ ਇੱਕ ਉਸੇ ਸਟੇਜ ਤੋਂ ਲੰਘ ਰਹੇ ਹਾਂ। ਸੋ ਇਹਨਾਂ ਨੇ ਉਹਦੇ ਨਾਲ ਮਿਲ ਕੇ ਕੇਂਦਰ ਸਰਕਾਰ ਦੇ ਨਾਲ, ਔਰ ਅੱਛਾ ਸਟੈਪ ਹੈ, ਆਈ ਐਪਰੀਸ਼ੀਏਟ ਇਟ। ਵੀ ਸ਼ੁੱਡ, ਦੇਖੋ ਕੋਆਰਡੀਨੇਸ਼ਨ ਇਜ਼ ਮਸਟ, ਉਹਨੂੰ ਹੈਂਡਲ ਕੀਤਾ। ਔਰ ਅੱਜ ਲੋਕਾਂ ਨੂੰ ਗਮਰਾਹ ਕਰ ਰਹੇ ਜੀ, ਪੰਜਾਬ ਇਹ ਕਰ ਰਿਹਾ। ਔਰ ਜਿਸ ਤੱਕ ਕਰਪਸ਼ਨ ਦੀ ਗੱਲ ਕਰ ਰਹੇ ਆ, ਇਹ ਪਲਸ ਆਕਸੀਮੀਟਰ ਦੀ ਗੱਲ ਕਰ ਰਹੇ ਸੀ ਕਿ ਜੀ ਪਲਸ ਆਕਸੀਮੀਟਰ ਮਹਿੰਗਾ ਮਿਲ ਰਿਹਾ ਜਾਂ ਕੁਝ ਹੋ ਰਿਹਾ। ਔਰ ਮੈਂ ਇਹਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਲੁਧਿਆਣਾ ਦੀ ਜਿਹੜੀ ਪੁਲਿਸ ਹੈ, ਉਹਨਾਂ ਨੇ ਲਗਭਗ 150 ਦੇ ਕਰੀਬ ਜਿਹੜੀਆਂ ਕਿਟਸ ਵੰਡੀਆਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਫ੍ਰੀ ਆਫ ਕਾਸਟ ਵੰਡੀਆਂ, ਔਰ ਉਹ ਬੜੀਆਂ ਜਿਹੜੀਆਂ ਫਰੂਟਫੁਲ ਸਾਬਤ ਹੋਈਆਂ। ਔਰ ਇਹ ਕਹਿ ਰਹੇ ਜੀ ਪਲਸ ਆਕਸੀਮੀਟਰ ਮਹਿੰਗਾ ਮਿਲ ਰਿਹਾ, ਹਜੇ ਤੱਕ ਤਾਂ ਸਾਡੀ ਟੈਂਡਰਿੰਗ ਜਿਹੜੀ ਉਹ ਇਨ ਪ੍ਰੋਸੈਸ ਹੈ, ਹਜੇ ਤੱਕ ਕੁਝ ਫਾਈਨਲ ਨਹੀਂ ਹੋਇਆ। ਔਰ ਪਹਿਲੇ ਜੀ ਇਸ ਵਿੱਚ ਬਹੁਤ ਵੱਡਾ ਘਪਲਾ ਹੋਣ ਜਾ ਰਿਹਾ। ਔਰ ਅਗਲੀ ਗੱਲ ਜਿਹੜੀ ਹੈ, ਇਹ ਮੰਤਰੀਆਂ ਦੀ ਗੱਲ ਕਰਦੇ ਆ, ਇਹਨਾਂ ਦੇ ਆਪ ਜਿਹੜੇ ਮੰਤਰੀ ਬਿਮਾਰ ਹੋਇਆ ਉਹ ਪ੍ਰਾਈਵੇਟ ਹਸਪਤਾਲ 'ਚ ਗਏ। ਅਮਿਤ ਸ਼ਾਹ ਜੀ ਜਦੋਂ ਬਿਮਾਰ ਹੋਏ ਸਭ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲ 'ਚ ਗਏ। ਸੋ ਹਰ ਇੱਕ ਦਾ, ਮੈਂ ਅਮਿਤ ਸ਼ਾਹ ਜੀ ਦੀ ਜਾਂ ਇਹਨਾਂ ਦੇ ਮੰਤਰੀ ਦੀ ਗੱਲ ਨਹੀਂ ਕਰਦਾ, ਮੈਂ ਸਾਰੇ ਵੀਆਈਪੀ ਜਿੰਨੇ ਨੇ ਮੈਂ ਉਹਨਾਂ ਦੇ ਮਾਈਂਡਸੈਟ ਦੀ ਗੱਲ ਕਰਦਾ ਕਿ ਦੇ ਪ੍ਰੋਫਿਟ ਗੋ ਟੂ ਦਾ ਪ੍ਰਾਈਵੇਟ ਹਸਪੀਟਲ। ਵੀ ਹੈਵ ਤਾਂ ਕੇਂਦਰੀ ਮੰਤਰੀ ਕੋਈ ਹੋਵੇ, ਦੇਸ਼ ਦਾ ਕੋਈ ਵੱਡਾ ਨਾਮ ਹੋਵੇ, ਪੰਜਾਬ ਦਾ ਵੱਡਾ ਨਾਮ ਹੋਵੇ, ਲੋਕ ਤਾਂ ਇਹੀ ਜਾਣਨਾ ਚਾਹੁੰਦੇ ਨੇ ਕਿ ਸਾਡੇ ਲਈ ਬਣੇ ਨੇ ਸਰਕਾਰੀ ਹਸਪਤਾਲ ਜਾਂ ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਲਈ ਵੀ ਬਣੇ ਨੇ ਜਾਂ ਨਹੀਂ। ਕਿ ਠੀਕ ਹੈ, ਮੈਂ ਇੱਕ ਡਾਕਟਰ ਸਾਹਿਬ ਤੋਂ ਵੀ ਰਿਐਕਸ਼ਨ ਲੈਣਾ। ਡਾਕਟਰ ਅਰੁਣ ਬਾਂਸਲ ਜੀ, ਡਾਕਟਰ ਸਾਹਿਬ ਦੇਖੋ ਬਹੁਤ ਚਰਚਾ ਹੋ ਰਹੀ ਹੈ, ਤੁਸੀਂ ਸੁਣਿਆ ਹੋਏਗਾ। ਮੇਰਾ ਇੱਕ ਸਿੱਧਾ ਜਿਹਾ ਸਵਾਲ ਹੈ,
ਕਿ ਪ੍ਰੈਡਿਕਸ਼ਨ ਇਸ ਪੂਰੇ ਮਾਮਲੇ 'ਚ ਹੋ ਸਕਦੀ ਹੈ? ਦੇਖੋ ਅਸੀਂ ਵੈਕਸੀਨ ਨੂੰ ਲੈ ਕੇ ਪ੍ਰੈਡਿਕਸ਼ਨ ਨਹੀਂ ਕਰਦੇ, ਅਸੀਂ ਪ੍ਰੈਡਿਕਸ਼ਨ ਨਹੀਂ ਕਰਦੇ ਕਿ ਕਰੋਨਾ ਕਦੋਂ ਖਤਮ ਹੋ ਜਾਏਗਾ, ਕਿ ਕੇਸਿਸ ਨੂੰ ਲੈ ਕੇ ਪ੍ਰੈਡਿਕਸ਼ਨ ਹੋ ਸਕਦੀ ਹੈ। ਮੰਤਰੀ ਸਾਹਿਬ ਬਿਮਾਰ ਹੋਏ ਸੀਗੇ, ਉਹਨਾਂ ਨੇ ਕਰਾਉਣੀ ਸੀ ਪ੍ਰਾਈਵੇਟ ਹਸਪਤਾਲ। ਜਿਵੇਂ ਆਪਣੇ ਹੁਣ ਟੈਸਟਿੰਗ ਵਧੀ ਹੈ, ਉਵੇਂ ਗ੍ਰਾਫ ਉੱਪਰ ਜਾ ਰਿਹਾ ਹੈ, ਉਵੇਂ ਇੱਕ ਪਲੈਟਿਊ ਤੇ ਆ ਕੇ ਕੇਸਿਸ ਘਟਣਗੇ ਕਿਸੇ ਟਾਈਮ ਨਾਲ। ਬਾਕੀ ਸਟੇਟ 'ਚ ਆਪਾਂ ਜਿਵੇਂ ਦੇਖ ਰਹੇ ਹਾਂ, ਆਪਣੇ ਉਹ ਸਟੇਜ ਲੇਟ ਆਈ ਹੈ, ਪਰ ਉਵੇਂ ਹੀ ਆਪਣੇ ਵੀ ਟਾਈਮ ਨਾਲ ਜਿਵੇਂ ਇੱਕ ਵਾਰ ਇਹ ਗ੍ਰਾਫ ਅਪ ਜਾ ਰਿਹਾ ਤੇ ਪਲੈਟਿਊ ਆਏਗਾ ਤੇ ਇਹ ਸਟੇਜ ਕੇਸਿਸ ਆਪਣੇ ਆਪ ਘਟਣਗੇ ਟਾਈਮ ਨਾਲ ਸਰ, ਇਹ ਡੈਫੀਨੇਟ ਹੈ ਸਰ। ਠੀਕ ਹੈ ਸਰ, ਹੋਪਫੁਲੀ ਜਲਦੀ ਘਟਣਗੇ। ਅਸੀਂ ਤਾਂ ਮੈਂ ਤਾਂ ਕੋਸ਼ਿਸ਼ ਕਹੀਏ ਕਿ ਅਸੀਂ ਤਾਂ ਇਹੀ ਦੁਆ ਕਰ ਰਹੇ ਹਾਂ ਕਿ ਅਸੀਂ ਉਹ ਵੀ ਬ੍ਰੇਕਿੰਗ ਚਲਾਈਏ ਕਿ ਪੰਜਾਬ 'ਚ ਕਰੋਨਾ ਦੇ ਮਾਮਲੇ ਹੋਏ 0। ਮੈਂ ਤਾਂ ਲਾਈਨ ਸੋਚੀ ਬੈਠਾ ਦਿਮਾਗ ਦੇ ਵਿੱਚ, ਪਤਾ ਨਹੀਂ ਕਦੋਂ ਦਿਨ ਆਏਗਾ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਦੁਨੀਆ 'ਚ ਅਸੀਂ ਕਹਾਂਗੇ ਕਿ ਜੀ ਹਾਂ ਕਰੋਨਾ ਖਤਮ ਹੋ ਗਿਆ, ਪੂਰੀ ਦੁਨੀਆ 'ਚ 0 ਮਾਮਲੇ ਨੇ, ਪੰਜਾਬ 'ਚ 0 ਮਾਮਲੇ ਨੇ। ਠੀਕ ਹੈ, ਪ੍ਰੈਡਿਕਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਨੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਕਰ ਸਕੀਏ ਇਸ ਪੂਰੇ ਮੁੱਦੇ ਉੱਤੇ। ਦੇਖੋ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਦੇ ਨੇ ਵੱਡੇ ਲੋਕ, ਜਾਂ ਕਹੀਏ ਕਿ ਸਾਡੇ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਕਿਉਂ ਕਰਦੇ ਨੇ, ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਦੂਜੇ ਪਾਸੇ ਸਰਕਾਰ ਨੂੰ ਇਸ ਪਾਸੇ ਤਾਂ ਜ਼ਰੂਰ ਧਿਆਨ ਦੇਣਾ ਹੋਏਗਾ ਕਿ ਇਸ ਸਮੇਂ ਸਰਕਾਰੀ ਹਸਪਤਾਲਾਂ ਦੇ ਹਾਲਾਤ ਕੀ ਨੇ, ਕਿ ਵਾਕਈ ਲੋਕ ਡਰਦੇ ਨੇ ਸਰਕਾਰੀ ਹਸਪਤਾਲ 'ਚ ਜਾਣ ਨੂੰ, ਤੇ ਉੱਥੇ ਜਾ ਕੇ ਹਾਲਾਤ ਕੀ ਨੇ। ਇਹ ਸ਼ਾਇਦ ਸਿਹਤ ਮੰਤਰੀ ਜਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਖੁਦ ਇਸ ਨੂੰ ਅਬਜ਼ਰਵ ਕਰਨ, ਤੇ ਸ਼ਾਇਦ ਕੋਈ ਅਜਿਹੀ ਟੀਮ ਬਣਾ ਦਿੱਤੀ ਜਾਵੇ ਜੋ ਰੈਂਡਮਲੀ ਚੈੱਕ ਕਰੇ ਕਿ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਫਲਾਣੇ ਕਸਬੇ 'ਚ ਕੋਈ ਸਰਕਾਰੀ ਹਸਪੀਟਲ ਸੀ, ਡਿਸਪੈਂਸਰੀ ਸੀ, ਉੱਥੇ ਪਹੁੰਚ ਗਏ, ਹਾਲਾਤ ਦੇਖੇ ਰੈਂਡਮਲੀ। ਯਾਨੀ ਕਿ ਐਵੇਂ ਹੋਵੇ ਕਿ ਆਡਿਟ ਹੁੰਦਾ ਜਿਸ ਤਰੀਕੇ ਦੇ ਨਾਲ, ਇੱਕ ਰੇਡ ਪੈਂਦੀ ਹੈ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਹਾਂ ਵੀ ਵਾਕਈ ਹਾਲਾਤ ਕੀ ਨੇ, ਸਰਕਾਰ ਤੱਕ ਵੀ ਪਹੁੰਚ ਸਕੇ ਕਿ ਉੱਥੇ ਹਾਲਾਤ ਕੀ ਨੇ। ਇੱਥੋਂ ਤੱਕ ਸਾਡੇ ਕੋਲ ਜਾਣਕਾਰੀ ਪਹੁੰਚਦੀ ਹੈ ਕਿ ਟੈਸਟ ਕਰਵਾਉਣ ਲੋਕ ਜਾਂਦੇ ਨੇ, ਉੱਥੇ ਟੈਸਟ ਕਰਵਾਉਣ ਵਾਲਿਆਂ ਦੀ ਵੀ ਇੱਕ ਲੰਬੀ ਲਾਈਨ ਹੈ, ਲੋਕ ਡਰ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਪੋਜ਼ਿਟਿਵ ਹੋਇਆ ਮੈਂ ਤਾਂ ਐਵੇਂ ਫ੍ਰੀ 'ਚ ਰਗੜਿਆ ਜਾਊਂਗਾ। ਖੈਰ ਬਹੁਤ ਸਾਰੇ ਖਦਸ਼ੇ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ। ਅਸੀਂ ਉਮੀਦ ਕਰਾਂਗੇ ਕਿ ਜਲਦ ਸਭ ਕੁਝ ਠੀਕ ਹੋਵੇ, ਕਰੋਨਾ ਖਤਮ ਹੋਵੇ। ਇਸ ਚਰਚਾ ਦੇ ਵਿੱਚ ਫਿਲਹਾਲ ਇੰਨਾ ਹੀ। ਸਾਰੇ ਮਹਿਮਾਨਾਂ ਦਾ ਧੰਨਵਾਦ। ਛੋਟਾ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਦੱਸਾਂਗੇ ਕਿ ਪੰਜਾਬ ਦੀ ਆਵਾਮ ਕੀ ਸੋਚਦੀ ਹੈ ਸਾਡੇ ਅੱਜ ਦੇ ਸਵਾਲ ਦੇ ਉੱਤੇ, ਤੁਹਾਡੀ ਰਾਏ ਕੀ ਹੈ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ 'ਚ ਕਰੋਨਾ ਦੇ ਹਾਲਾਤ ਕੀ ਨੇ, ਕਿਉਂ ਮੌਤਾਂ ਬਹੁਤ ਹੋ ਰਹੀਆਂ ਨੇ। ਤਾਂ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਉੱਠੇ, ਵਿਰੋਧੀਆਂ ਨੇ ਚੁੱਕੇ, ਤੇ ਦੂਜੇ ਪਾਸੇ ਸਰਕਾਰ ਦਾ ਇਹ ਵੀ ਤਰਕ ਹੈ ਕਿ ਲੋਕ ਟੈਸਟਿੰਗ ਦੇ ਲਈ ਨਹੀਂ ਜਾ ਰਹੇ। ਅਸੀਂ ਅਪੀਲ ਤੁਹਾਨੂੰ ਇਹੀ ਕਰਾਂਗੇ ਕਿ ਤੁਸੀਂ ਜ਼ਰੂਰ ਆਪਣਾ ਟੈਸਟ ਕਰਵਾਓ ਜੇਕਰ ਤੁਹਾਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ, ਕਿਉਂਕਿ ਜੇਕਰ ਤੁਸੀਂ ਟੈਸਟ ਨਹੀਂ ਕਰਵਾਉਂਦੇ ਤਾਂ ਤੁਹਾਡੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਇਸ ਦੇ ਨਾਲ ਦਿੱਕਤ ਹੋ ਸਕਦੀ ਹੈ। ਡਰਨ ਦੀ ਜ਼ਰੂਰਤ ਨਹੀਂ ਹੈ, ਟੈਸਟ ਕਰਵਾਓ। L1 L2 L3 ਸਟੇजेस ਬਣਾਈਆਂ ਗਈਆਂ ਨੇ। L1 ਦੇ ਵਿੱਚ ਜੇਕਰ ਤੁਸੀਂ ਹਸਪਤਾਲ ਪਹੁੰਚ ਗਏ, ਡਾਕਟਰ ਦੇ ਕੋਲ ਪਹੁੰਚ ਗਏ, ਫਿਰ ਕੋਈ ਟੈਨਸ਼ਨ ਨਹੀਂ। ਅਸੀਂ ਇਸ ਮੁੱਦੇ ਨਾਲ ਜੁੜਿਆ ਹੋਇਆ ਅੱਜ ਦਾ ਸਵਾਲ ਸੀ, ਉਹ ਵੀ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ, ਤੇ ਉਸ ਦੇ ਉੱਤੇ ਜੋ ਰਾਏ ਸਾਡੇ ਤੱਕ ਪਹੁੰਚੀ ਹੁਣ ਤੁਹਾਨੂੰ ਉਹ ਦਿਖਾਣੇ ਆ। ਪਹਿਲਾ ਸਵਾਲ ਦੇਖੋ। ਸਵਾਲ ਸੀ ਕਿ ਪੰਜਾਬ ਦੇ ਵਿੱਚ ਮੌਤ ਦਰ ਵੱਧ ਹੋਣ ਪਿੱਛੇ ਸਿਹਤ ਸਹੂਲਤਾਂ ਵੀ ਜ਼ਿੰਮੇਵਾਰ ਨੇ, ਤੇ ਇਸ ਦੇ ਉੱਤੇ ਤੁਹਾਡਾ ਜਿਹੜੀ ਰਾਏ ਹੈ, ਤੁਹਾਡਾ ਬਹੁਤ ਭਰਪੂਰ ਹੁੰਗਾਰਾ ਸਾਡੇ ਤੱਕ ਪਹੁੰਚਿਆ। ਤੇ ਹੁਣ ਤੁਹਾਡੀ ਰਾਏ ਦੱਸਣ ਦਾ ਵੇਲਾ ਆ ਗਿਆ ਕਿ ਸਾਡੇ ਪੰਜਾਬ ਦੇ ਲੋਕ, ਪੰਜਾਬ ਦੀ ਆਵਾਮ ਇਸ ਪੂਰੇ ਮੁੱਦੇ ਦੇ ਉੱਤੇ ਕੀ ਸੋਚ ਰਹੀ ਹੈ, ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਮੌਤ ਦਰ ਬਹੁਤ ਵੱਧ ਹੈ। ਤਾਂ ਇਸ ਦੇ ਵਿੱਚ ਮੌਤ ਦਰ ਬਹੁਤ ਵੱਧ ਹੈ ਕਿਉਂ ਹੈ, ਕਿ ਵਾਕਈ ਸਿਹਤ ਸਹੂਲਤਾਂ ਜ਼ਿੰਮੇਵਾਰ ਨੇ। ਤਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਤੁਹਾਡਾ ਜਵਾਬ, ਸਾਡੇ ਦਰਸ਼ਕਾਂ ਦਾ ਜਵਾਬ ਅੱਜ ਦਾ ਇਸ ਸਵਾਲ ਦਾ। ਤਾਂ ਜੇਕਰ ਕਾਂਗਰਸ ਦੇ ਨੁਮਾਇੰਦੇ ਜਾਂ ਸਾਡੇ ਸਿਹਤ ਡਿਪਾਰਟਮੈਂਟ ਦੇ ਨੁਮਾਇੰਦੇ ਸੁਣ ਰਹੇ ਹੋਣ ਜਾਂ ਦੇਖ ਰਹੇ ਹੋਣ, ਉਹਨਾਂ ਦੇ ਲਈ ਵੀ ਦੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ 90% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਜੀ ਹਾਂ ਸਿਹਤ ਸਹੂਲਤਾਂ ਵੀ ਜ਼ਿੰਮੇਵਾਰ ਨੇ, ਤੇ 10% ਸਾਡੇ ਦਰਸ਼ਕਾਂ ਨੂੰ ਲੱਗਦਾ ਕਿ ਜੀ ਨਹੀਂ ਅਜਿਹਾ ਕੁਝ ਨਹੀਂ ਹੈ, ਸਿਹਤ ਸਹੂਲਤਾਂ ਜ਼ਿੰਮੇਵਾਰ ਨਹੀਂ ਹੈ, ਆਲ ਇਜ਼ ਵੈਲ ਹੈ ਪੰਜਾਬ 'ਚ ਸਿਹਤ ਸਹੂਲਤਾਂ ਨੂੰ ਲੈ ਕੇ। ਪਰ ਜ਼ਰੂਰ ਸਰਕਾਰ ਦੇ ਨੁਮਾਇੰਦਿਆਂ ਨੂੰ, ਸਿਹਤ ਵਿਭਾਗ ਤੱਕ ਜ਼ਰੂਰ ਪਹੁੰਚੇ ਕਿ ਲੋਕ ਇਸ ਸਮੇਂ ਕੀ ਸੋਚ ਰਹੇ ਨੇ। ਇਹ ਉਹੀ ਅਸੀਂ ਤੁਹਾਡੀ ਰਾਏ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।